ਗੁਰੂ ਨਾਨਕ ਪਦ ਪੰਕਜ ਬੰਦਨ, ਸਿਮਰਉ ਅੰਗਦ ਦੁਖ ਨਿਕੰਦਨ। ਗੁਰੂ ਅਮਰਦਾਸ ਹਿਰਦੈ ਨਿਤ ਧਿਆਵੋ, ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜਨ ਬਿਘਨਨ ਕੇ ਨਾਸ਼ਕ, ਸ਼੍ਰੀ ਹਰਿ ਗੋਬਿੰਦ ਸ਼ੁਭ ਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹਾਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਤਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਤਰੋਂ ਤਰਾ ਤਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਚੌਪਈ ਕਹਿ ਬਾਲਾ ਸ੍ਰੀ ਅੰਗਦ ਸੁਣੀਐ, ਸ੍ਰੀ ਗੁਰ ਕਥਾ ਬਿਮਲ ਗੁਣ ਗੁਣੀਐ। ਭਈ ਪੋਰ ਨਿਜ ਦਾਸ ਬੁਲਾਇਆ, ਨਿਜ ਬਰ ਸਦਨ ਜਹਾ ਤੂੰ ਤਾਇਆ। ਕਹਿ ਬਾਲਾ ਸ੍ਰੀ ਅੰਗਦ ਸੁਣੀਐ, ਸ੍ਰੀ ਗੁਰ ਕਥਾ ਬਿਮਲ ਗੁਣ ਗੁਣੀਐ। ਜੁਗੋ ਜੁਗ ਅਟਲ ਸ਼ਬਦ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ। ਗੁਰੂ ਪਾਤਸ਼ਾਹ ਜੀ ਦੀ ਅਪਰ ਅਪਾਰ ਬਖਸ਼ਿਸ਼ ਟਲਦੀ ਸ਼ਾਮ ਅਸੀਂ ਸਤਸੰਗਤ ਦਾ ਸਮਾਂ ਮਾਣ ਪਾ ਰਹੇ ਹਾਂ। ਆਹੋ ਭਾਗੀ ਹਾਂ, ਗੁਰੂ ਹਜ਼ੂਰੀ ਨੂੰ ਮਾਣਦਿਆਂ ਗੁਰਬਾਣੀ ਕੀਰਤਨ ਦੀ ਚੌਂਕੀ ਸੰਪੂਰਨ ਹੋਈ। ਹੁਣ ਸਮਾਂ ਕਥਾ ਦਾ ਹੈ। ਸੋ ਕਥਾ ਗੋਚਰੇ ਕਵੀ ਜੀ ਕਵਿਰਾਜ ਸੰਤੋਖ ਸਿੰਘ ਚੂੜਾਮਣੀ ਜੀ ਦੁਆਰਾ ਰਚਿਤ ਰਚਨਾ ਗੁਰਪ੍ਰਤਾਪ ਸੂਰਜ ਇਹ ਵਿਚਾਰੀ ਜਾ ਰਹੀ ਹੈ। ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਪ੍ਰਕਾਸ਼ ਸਮੇਂ ਦੇ ਪ੍ਰਸੰਗ ਨੂੰ ਕਵੀ ਜੀ ਗਾਥਾ ਸਾਖੀ ਰੂਪ ਵਿੱਚ ਸਾਡੇ ਸਾਹਮਣੇ ਬਿਆਨ ਕਰ ਰਹੇ ਨੇ। ਕਾਵ ਟੋਟਿਆਂ ਵਿੱਚ ਅਸੀਂ ਪੰਕਤੀ ਬਾ ਪੰਕਤੀ ਇਹਨਾਂ ਨੂੰ ਵਿਵੇਚਿਤ ਕਰਦੇ ਹੋਏ, ਵਿਆਖਿਆ ਕਰਦੇ ਹੋਏ ਸਮਝ ਰਹੇ ਹਾਂ। ਸੋ ਜਿੱਥੇ ਬੀਤੇ ਕੱਲ ਬਾਤ ਅਸੀਂ ਸਮੇਟੀ ਸੀ, ਅੱਜ ਉਸ ਤੋਂ ਅੱਗੇ ਅਸੀਂ ਤੋਰਨ ਦੀ ਕੋਸ਼ਿਸ਼ ਕਰਾਂਗੇ। ਬੀਤੇ ਤੱਕ ਕਵੀ ਜੀ ਨੇ ਬਿਆਨ ਕੀਤਾ ਕਿ ਸੰਮਤ 1526 ਮੁਰਾਦ 1669 ਦਾ ਉਹ ਦਿਨ ਆਇਆ ਜਿਸ ਦਿਨ ਜਗਤ ਉਦਾਹਰਣ ਹੇਠ ਧੰਨ ਗੁਰੂ ਨਾਨਕ ਸਾਹਿਬ ਦਾ ਤਲਵੰਡੀ ਵਿਖੇ ਪ੍ਰਕਾਸ਼ ਹੋਇਆ। ਘਰ ਦੇ ਵਿੱਚ ਜਿਹੋ ਜਿਹਾ ਖੁਸ਼ੀ ਵਾਲਾ ਮਾਹੌਲ ਹੈ, ਉਹਦਾ ਵੇਰਵਾ ਕਵੀ ਜੀ ਹੁਣ ਉਸ ਰੂਪ ਵਿੱਚ ਦੇਣ ਲੱਗੇ ਨੇ। ਪਿਤਾ ਜੀ ਨੂੰ ਦਾਈ ਨੇ ਆ ਕੇ ਸੁਨੇਹਾ ਦਿੱਤਾ, ਘਰ ਸੁਪੁੱਤਰ ਆਇਆ ਹੈ, ਸੋ ਆਪ ਉਹਦੇ ਮੰਗਲ ਕਰੋ, ਖੁਸ਼ੀ ਕਰੋ। ਵਧਾਈ ਦੇ ਰੂਪ ਵਿੱਚ ਉਸਨੇ ਬਚਨ ਕਹੇ। ਬਾਬਾ ਕਾਲੂ ਜੀ ਨੇ ਇਹ ਬਚਨ ਸੁਣਨ ਤੋਂ ਬਾਅਦ ਜੋ ਪਹਿਲਾ ਕਰਮ ਕੀਤਾ ਹੈ ਉਹਦਾ ਜ਼ਿਕਰ ਹੁਣ ਕਵੀ ਜੀ ਕਰਨ ਲੱਗੇ ਨੇ। ਸੋ ਆਓ ਸਭ ਤੋਂ ਪਹਿਲਾਂ ਗੁਰਫਤਿਹ ਦੀ ਸਾਂਝ ਪਾਈਏ ਤਾਂ ਕਿ ਅਸੀਂ ਵਿਚਾਰ ਦਾ ਆਗਾਜ਼ ਕਰ ਸਕੀਏ। ਫਿਰ ਪੰਕਤੀ ਬਾ ਪੰਕਤੀ ਅਸੀਂ ਇਹਨਾਂ ਬਚਨਾਂ ਨੂੰ ਸਮਝਦੇ ਹੋਏ ਅੱਗੇ ਵਧਣ ਦੀ ਕੋਸ਼ਿਸ਼ ਕਰਾਂਗੇ। ਸੋ ਇੱਕ ਵਾਰੀ ਯਕ ਆਵਾਜ਼ ਸੁਣਦੇ ਹਾਂ, ਫਤਿਹ ਬੁਲਾਉਣੀ, ਕਹਿ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਲਾ ਸ੍ਰੀ ਅੰਗਦ ਸੁਣੀਐ, ਸ੍ਰੀ ਗੁਰ ਕਥਾ ਬਿਮਲ ਗੁਣ ਗੁਣੀਐ। ਬਾਲਾ ਜੀ ਗੁਰੂ ਅੰਗਦ ਮਹਾਰਾਜ ਜੀ ਨੂੰ ਬੜੀ ਸ਼ਰਧਾ ਆਸਥਾ ਨਾਲ ਬਿਆਨ ਕਰਦੇ। ਮਹਾਰਾਜ ਗੁਰੂ ਮਹਾਰਾਜ ਜੀ ਦਾ ਉਹ ਜੀਵਨ ਜੋ ਬਿਮਲ ਗੁਣ ਹੈ, ਜੋ ਸਾਰੇ ਸਾਡੇ ਔਗੁਣਾਂ ਨੂੰ ਹਰ ਕੇ ਸਾਨੂੰ ਗੁਣ ਬਖਸ਼ਦਾ ਹੈ। ਆਓ
ਧੰਨ ਗੁਰੂ ਅੰਗਦ ਮਹਾਰਾਜ, ਆਪਾਂ ਉਹਦੀ ਕਥਾ ਕਰੀਏ। ਮੈਂ ਤੁਹਾਨੂੰ ਉਹਦੀ ਅਗਲੇਰੀ ਵਾਰਤਾ ਸੁਣਾਵਾਂ ਜੀ। ਭਈ ਪੋਰ ਨਿਜ ਦਾਸ ਬੁਲਾਇਆ, ਨਿਜ ਬਰ ਸਦਨ ਜਹਾ ਤੂੰ ਧਾਇਆ। ਜਿਵੇਂ ਹੀ ਪ੍ਰਭਾਤ ਸੂਰਜ ਚੜ੍ਹਨ ਵਾਲਾ ਹੋਇਆ, ਪ੍ਰਭਾਤ ਦੀ ਰੌਸ਼ਨੀ ਹੋਈ, ਬਾਬਾ ਕਾਲੂ ਜੀ ਨੇ ਆਪਣੇ ਨਿਜ ਦਾਸ, ਮੇਨ ਕਹਿ ਲਓ ਕਿ ਆਪਣੇ ਨਿੱਜੀ ਨੌਕਰ ਨੂੰ ਬੁਲਾਇਆ, ਉਸ ਨੂੰ ਆਵਾਜ਼ ਦਿੱਤੀ, ਦਿਜਬਰ ਸਦਨ ਜਾਹ ਤੂੰ ਧਾਇਆ। ਜਾ ਦੌੜ ਕੇ ਸਾਡਾ ਜਿਹੜਾ ਕੁਲ ਪ੍ਰੋਹਿਤ ਹੈ, ਬੀਤੇ ਕੱਲ੍ਹ ਆਪਾਂ ਦੀ ਬਾਤ ਕਰ ਰਹੇ ਸੀਗੇ, ਸਮਾਜ ਐਵੇਂ ਬੱਝਿਆ ਸੀਗਾ, ਹਰ ਘਰ ਦਾ ਇੱਕ ਪੰਡਤ, ਅਤੇ ਉਸ ਪੰਡਤ ਤੋਂ ਪੁੱਛ ਕੇ ਹੀ ਸਭ ਕੁਝ ਹੋਣਾ ਹੈ। ਉਸੇ ਨੇ ਹੀ ਜੰਮਣ ਮਰਨ ਸਭ, ਵਿਆਹੁਣਾ ਸਭ, ਜਿਵੇਂ ਸੇਪ ਹੁੰਦੀ, ਜਿਵੇਂ ਉਹਨਾਂ ਦੀ ਮਨੋਪਲੀ ਹੁੰਦੀ, ਇਸ ਤਰੀਕੇ ਦੀ ਕਾਰਗੁਜ਼ਾਰੀ ਹੁੰਦੀ। ਮੈਨੂੰ ਯਾਦ ਆ, ਬਹੁਤ ਸਾਲ ਹੋ ਗਏ ਹੁਣ, ਤੇ ਥੋੜ੍ਹਾ ਥੋੜ੍ਹਾ ਮੇਰੀ ਯਾਦਦਾਸ਼ਤ 'ਚ ਚੀਜ਼ ਪਈ ਹੈ। ਬਚਪਨ ਦੇ ਸਮੇਂ ਦੇ ਵਿੱਚ, ਕਿਉਂਕਿ ਸਾਡੇ ਪੁਰਖੇ ਪਾਰਟੀਸ਼ਨ ਤੋਂ ਬਾਅਦ ਪਰਲੇ ਸਾਈਡ ਤੋਂ, ਪੰਜਾਬ ਤੋਂ ਉੱਠ ਕੇ ਉਰਾ ਆਏ ਇਸ ਪਾਸੇ, ਅਤੇ ਕੋਈ ਉਸ ਵਕਤ ਕੋਈ ਫੌਤ ਹੋਈ, ਕਿਸੇ ਦਾ ਗੁਜ਼ਰਨਾ ਹੋ ਗਿਆ ਪਰਿਵਾਰ ਦੇ ਵਿੱਚ। ਅਤੇ ਮੈਨੂੰ ਯਾਦ ਆ ਕਿ ਉਹ ਜਦੋਂ ਗੁਜ਼ਰਨਾ ਹੋਇਆ, ਅਤੇ ਉਹਦੇ ਕਹਿ ਲਓ ਅਸਥ ਲੈ ਕੇ, ਜਿਹਨੂੰ ਫੁੱਲ ਕਹਿ ਦਿੰਦੇ ਹਾਂ ਅਸੀਂ, ਕੀਰਤਪੁਰ ਦਾ ਚਲਨ ਬੜਾ ਰੀਸੈਂਟਲੀ ਜ਼ਿਆਦਾ ਵਧਿਆ ਆ। ਅਦਰਵਾਈਜ਼ ਲੋਕੀ, ਮਤਲਬ ਮੈਂ ਜੇ 30 ਸਾਲ ਦੀ ਬਾਤ ਕਰਾਂ, ਇੰਨੀ ਕੁ ਤੇ ਕੌਨਸ਼ੀਅਸ ਮੈਨੂੰ ਹੈ, ਜ਼ਿਆਦਾ ਨਹੀਂ। 27-28 ਸਾਲ ਦਾ ਆਈ ਹੈਵ ਕੰਪਲੀਟਲੀ ਆਈਡੀਆ। 8-9 ਸਾਲ ਦੇ ਬੱਚੇ ਨੂੰ ਬਹੁਤ ਆਈਡੀਆ ਨਹੀਂ ਹੁੰਦਾ, ਪਰ ਇੰਨਾ ਕੁ ਆਈਡੀਆ ਹੈ ਮੈਨੂੰ ਕਿ ਇਸ ਤੋਂ ਬਾਅਦ ਜਿਹੜਾ ਹੈਗਾ ਉਹ ਸਾਰਾ ਮੇਰੀ ਸੈਂਸਿਸ ਵਿੱਚ ਕੰਮ ਕਰਦਾ। ਸਾਰਾ ਹੋਇਆ ਕਿ ਉਹਦੇ ਅਸਥ ਲੈ ਕੇ ਉਹ ਹਰਿਦੁਆਰ ਗਏ। ਹਰਿਦੁਆਰ ਗਏ ਅਤੇ ਉਹਨਾਂ ਨੇ ਸ਼ਾਇਦ ਉਸੇ ਦਿਨ ਹੀ ਵਾਪਸ ਪਰਤਣਾ ਸੀਗਾ, ਉਹ ਪਰਤੇ ਨਹੀਂ, ਨੈਕਸਟ ਡੇ ਆਏ। ਅਤੇ ਜਦੋਂ ਆਏ ਤਾਂ ਫਿਰ ਆ ਕੇ ਸਾਰੀ ਕਹਾਣੀ ਸੁਣਾਈ ਉਹਨਾਂ ਨੇ। ਉਹ ਕਹਿੰਦੇ ਹੋਇਆ ਕੀ, ਕਹਿਣ ਲੱਗੇ ਹੋਣਾ ਕੀ ਸੀਗਾ, ਜਦੋਂ ਅਸੀਂ ਇੱਥੇ ਗਏ ਅਤੇ ਉਹ ਜਿੱਥੇ ਉਹ ਕਹਿੰਦੇ ਉਹ ਹਰਕੀ ਪੌੜੀ, ਉਹ ਜਿੱਥੇ ਉਹ ਅਸਥ ਰੋੜਨੇ ਹੁੰਦੇ ਨੇ, ਅਤੇ ਉਹਨਾਂ ਨੇ ਜਾ ਕੇ ਕਿਹਾ ਜੀ ਅਸੀਂ ਅਸਥ ਪਾਉਣੇ ਨੇ। ਉਹ ਕਹਿੰਦੇ ਜੀ ਐਵੇਂ ਨਹੀਂ ਪਾ ਸਕਦੇ, ਦਿਜ ਪਾਏਗਾ, ਬ੍ਰਾਹਮਣ ਪਾਏਗਾ, ਤੁਸੀਂ ਆਪਣੇ ਬ੍ਰਾਹਮਣ ਕੋਲ ਜਾਓ। ਉਹ ਕਹਿੰਦੇ ਜੀ ਬ੍ਰਾਹਮਣ ਕੌਣ, ਸਾਨੂੰ ਕਿਵੇਂ ਪਤਾ ਲੱਗੇਗਾ? ਕਹਿਣ ਲੱਗੇ ਜੀ ਆਪਣਾ ਪਿੰਡ ਦੱਸੋ। ਉਹਨਾਂ ਪਿੰਡ ਦੱਸਿਆ। ਕਹਿਣ ਲੱਗੇ ਜੀ ਇੱਥੋਂ ਵਾਲਾ ਨਹੀਂ, ਜਿੱਥੋਂ ਆਏ ਉੱਥੋਂ ਵਾਲਾ ਪਿੰਡ ਦੱਸੋ। ਉਹਨਾਂ ਐਗਜ਼ੈਕਟਲੀ ਉੱਥੋਂ ਵਾਲਾ ਪਿੰਡ ਦੱਸਿਆ ਵੀ ਸਾਡਾ ਆਹ ਪਿੰਡ ਹੈ ਇਸੇ ਸਰੂਪ ਵਿੱਚ। ਕਹਿੰਦੇ ਠੀਕ ਹੈ ਜੀ। ਉਸੇ ਵਕਤ ਹੀ ਉਹਨਾਂ ਨੇ ਇੱਕ ਉੱਥੇ ਖਾਤੇ ਵਾਲਾ ਬੰਦਾ ਬਿਠਾਇਆ, ਉਹਨੇ ਰਾਈਟ ਵੇ ਜਿਹੜਾ ਹੈ ਉੱਥੋਂ ਦੇ ਕੇ ਕਹਿਣ ਲੱਗਾ ਜੀ ਤੁਹਾਡੀ ਸਾਰੀ ਸੇਪ ਉਹ ਫਲਾਂ ਪੁਰੋਹਿਤ ਕੋਲ, ਉਹਦੇ ਕੋਲ ਜਾਓ। ਉਹ ਗਏ ਉੱਥੇ, ਕਹਿਣ ਲੱਗੇ ਜੀ ਉਹ ਕਹਿੰਦੇ ਜੀ ਸਵੇਰ ਦਾ ਇੱਥੇ ਸੀਗਾ, ਹੁਣ ਉਹ ਛੁੱਟੀ ਕਰਕੇ ਚਲਾ ਗਿਆ, ਹੁਣ ਉਹ ਆਏਗਾ ਸ਼ਾਮ ਨੂੰ, ਉਨੀ ਦੇਰ ਤੱਕ ਵੇਟ ਕਰੋ, ਜਦੋਂ ਸ਼ਾਮੀ ਆਵੇਗਾ ਫਿਰ ਤੁਹਾਡੇ ਜਿਹੜਾ ਉੱਥੇ ਅਸਤ ਪਵਾਏ ਜਾਣਗੇ। ਮਤਲਬ ਇਸ ਕਿਸਮ ਦੀ ਮੋਨੋਪਲੀ। ਹਾਂ, ਰਿਕਾਰਡ ਉਹਨਾਂ ਕੋਲ ਪੂਰਾ। ਜਦੋਂ ਦੋ ਪਿੱਛੋਂ ਜਿਹੜਾ ਸਾਰੇ ਕਿਤੇ ਤੁਰੇ ਹੋਣਗੇ, ਉਹ ਪੂਰੇ ਦਾ ਪੂਰਾ ਫੈਮਿਲੀ ਟਰੀ ਕਢਾ ਲਿਆ ਉੱਥੇ। ਉਹ ਕਹਿੰਦੇ ਸਾਨੂੰ ਪਤਾ ਹੀ ਨਹੀਂ ਸੀ ਵੀ ਸਾਡੇ ਬਜ਼ੁਰਗ ਇੱਥੋਂ ਸਾਰਿਆਂ ਦੇ ਨਾਂ, ਜਿੰਨਿਆਂ ਦੇ ਉੱਥੋਂ ਤੱਕ ਅਸਤ ਪਹੁੰਚੇ ਹੋਣਗੇ, ਸਾਰਿਆਂ ਦਾ ਪੂਰਾ। ਇਹੀ ਲਿਖਤ ਪੜ੍ਹਤੇ ਹੀ ਵਿੱਦਿਆ ਹੁੰਦੀ ਸੀ ਉਹਦੇ ਕੋਲ। ਸੋ ਇਸ ਰੂਪ ਦੇ ਵਿੱਚ ਉਹ ਤਾਲੀਮ ਕਰ ਰੱਖਦੇ ਅਤੇ ਇਸ ਕਿਸਮ ਦੀ ਬਾਤ ਕਰਦੇ। ਇੱਥੇ ਜਿਵੇਂ ਅੱਜ ਅਸੀਂ ਜਨਮ ਮਰਨ ਦਾ ਰਜਿਸਟਰ ਦੀਆਂ ਗੱਲਾਂ ਕਰਦੇ ਹਾਂ ਕਿ ਰਜਿਸਟ੍ਰੇਸ਼ਨ ਹੁੰਦਾ ਭਾਈ, ਜਨਮ ਦਾ ਰਜਿਸਟ੍ਰੇਸ਼ਨ, ਮਰਨ ਦਾ ਰਜਿਸਟ੍ਰੇਸ਼ਨ, ਇਹ ਸਾਰਾ ਬ੍ਰਾਹਮਣ ਕੋਲ ਸਾਰਾ ਲੇਖਾ ਜੋਖਾ ਹੁੰਦਾ। ਉਹ ਜਨਮ ਦੀ ਪੱਤਰੀ ਬਣਾਉਂਦਾ, ਮਰਨ ਦੇ ਜਿਹੜਾ ਉਸ ਤੋਂ ਬਾਅਦ ਸਾਰੇ ਜੀਵਨ ਪ੍ਰਸੰਗ ਉਹਦੇ ਟੇਵੇ ਲਾਉਂਦਾ, ਜਦੋਂ ਬੰਦਾ ਮਰਦਾ ਉਹਦੀ ਗਤੀ ਵਗੈਰਾ ਸਾਰੀ ਲਿਖਦਾ, ਲਿਖਤ ਪੜ੍ਹਤ ਹੁੰਦੀ। ਸੋ ਐਗਜ਼ੈਕਟਲੀ ਇਨ ਬਿਨੋ ਪ੍ਰੋਹਿਤ ਜਿਹੜਾ ਕਰਦਾ ਆ, ਕਿਹਾ ਕਿ ਦਿਜਬਰ ਸਦਨ ਜਾਹ ਤੂੰ ਧਾਇਆ, ਜਾ ਦੌੜ ਕੇ ਦਿਜਬਰ ਦੇ ਘਰ ਜਾ, ਸਾਡੇ ਬ੍ਰਾਹਮਣ ਦੇ ਘਰ ਜਾ, ਤੇ ਉਸ ਨੂੰ ਆਵਾਜ਼ ਮਾਰ ਕੇ ਲਿਆ ਜੀ। ਦੇਵਗ ਜੋ ਹਰਦਿਆਲ ਪਰਬੀਨਾ, ਅਨਹੋ ਤਾਹੇ ਬਿਲੰਬ ਬਹੀਨਾ। ਜਿਹੜਾ ਸਾਡਾ ਉਹ ਬ੍ਰਾਹਮਣ ਹਰਦਿਆਲ ਆ, ਜੋ ਕਿ ਜੋਤਿਸ਼ ਦਾ ਵੀ ਬੜਾ ਮਾਹਰ ਆ, ਉਸ ਪ੍ਰਬੀਨ ਨੂੰ ਆਨੋ ਤਾਹੇ ਬਿਲੰਬ ਬਹੀਨਾ, ਬਿਨਾਂ ਕਿਸੇ ਵਿਲੰਬ ਪਾਉਣ ਤੋਂ, ਬਿਨਾਂ ਕਿਸੇ ਦੇਰੀ ਪਾਉਣ ਤੋਂ ਬਾਬਾ ਕਾਲੂ ਜੀ ਨੇ ਆਪਣੇ ਨੌਕਰ ਨੂੰ ਕਿਹਾ ਤੂੰ ਜਾ ਕੇ ਬੁਲਾ ਕੇ ਲੈ ਕੇ ਆ ਉਸ ਨੂੰ। ਸੁਨਤ ਦਾਸ ਬਿਜ ਸਦਨ ਜੋ ਜਾਈ, ਦਰ ਪਰ ਤਿਸ਼ਟ ਗੁਹਾਰ ਸੁਣਾਈ। ਉਸੇ ਵਕਤ ਹੀ ਨੌਕਰ ਨੇ ਬਿਨਾਂ ਦੇਰੀ ਤੋਂ ਬਾਬਾ ਕਾਲੂ ਜੀ ਦੇ ਕਹਿਣ ਤੇ ਪਾਂਧੇ ਹਰਦਿਆਲ ਦੇ ਘਰੇ ਜਾਣਾ ਕੀਤਾ। ਉਹਦੇ ਜਾ ਕੇ ਦਰਵਾਜ਼ੇ ਤੇ ਦਸਤਕ ਦਿੱਤੀ, ਡੋਰ ਤੇ ਨੌਕ ਕੀਤੀ। ਸੁਨਤ ਦਾਸ ਬਿਜ ਸਦਨ ਸੋ ਜਾਈ, ਦਰ ਪਰ ਤਿਸ਼ਟ ਗੁਹਾਰ ਸੁਣਾਈ। ਉਹਨੂੰ ਗੁਹਾਰ ਸੁਣਾਈ, ਉਹਨੂੰ ਆਵਾਜ਼ ਦੇ ਕੇ ਉਹ ਜਿਹੜਾ ਸੁਨੇਹਾ ਸੀ ਬਾਬਾ ਕਾਲੂ ਜੀ ਵਾਲਾ, ਉਹ ਦੇਣਾ ਕੀਤਾ ਜੀ। ਸਰਤਵਾ ਬਚਨ ਵਿਪਰ ਹਰਦਿਆਲਾ, ਆਲੇ ਦਰ ਨਿਕਸਿਓ ਤਤ ਕਾਲਾ। ਕਹਿੰਦੇ ਪਾਂਧੇ ਹਰਦਿਆਲ ਨੇ
ਰਾਈਟ ਵੇ ਜਿਵੇਂ ਉਹਨੂੰ ਆਵਾਜ਼ ਪਈ ਅਰਲੀ ਮਾਰਨਿੰਗ ਆ, ਉਸੇ ਵਕਤ ਆਪਣੇ ਘਰ ਦੇ ਅੰਦਰੋਂ ਉਹ ਦਰਵਾਜ਼ੇ ਦਰ 'ਤੇ ਆ ਗਿਆ ਤੇ ਆ ਕੇ ਦੇਖਿਆ ਭਈ ਇੰਨੀ ਅਰਲੀ ਮਾਰਨਿੰਗ ਮੈਨੂੰ ਕਿੰਨੇ ਦਰਵਾਜ਼ੇ ਦੇ ਉੱਤੇ ਆਵਾਜ਼ ਹਾਕ ਮਾਰੀ ਹੈ, ਮੈਨੂੰ ਕਿਹਾ ਹੈ ਸਰਤਵਾ ਬਚਨ ਵਿਪਰ ਹਰਦਿਆਲਾ ਆਲਿਆ ਦਰ ਨਿਕਸਿਓ ਤਤਕਾਲਾ। ਉਸ ਤਤਕਾਲ ਰਾਈਟ ਵੇ ਉਹ ਆਪਣੇ ਦਰ 'ਤੇ ਆਇਆ ਤੇ ਆ ਕੇ ਉਸਨੇ ਪੁੱਛਣਾ ਕੀਤਾ ਜੀ ਦਿਜਜੂ ਕਾਲੂ ਮੁਝੇ ਪਠਾਇਆ ਚਲੋ ਆਪ ਤਤਕਾਲ ਬੁਲਾਇਆ। ਦਿਜ ਜੂ, ਹੇ ਦਿਜ ਜੀ, ਹੇ ਬ੍ਰਾਹਮਣ ਜੀ, ਤੁਹਾਨੂੰ ਪਤਾ ਕਾਲੂ ਮੁਝੇ ਪਠਾਇਆ, ਬਾਬਾ ਕਾਲੂ ਜੀ ਨੇ ਮੈਨੂੰ ਤੁਹਾਡੇ ਘਰ ਭੇਜਿਆ ਹੈ ਤੇ ਤੁਸੀਂ ਕਰਨਾ ਕੀ, ਚਲੋ ਆਪ ਤਤਕਾਲ ਬੁਲਾਇਆ, ਬਿਨਾਂ ਦੇਰੀ ਤੋਂ ਤੁਸੀਂ ਤਤਕਾਲ ਹੀ ਬਾਬਾ ਕਾਲੂ ਜੀ ਦੇ ਗ੍ਰਹਿ ਵਿਖੇ ਜਾਣਾ ਕਰੋ ਜੀ। ਕਹਿ ਦਿਜ ਹੋ ਆਵੇ ਕਰ ਪੂਜਾ ਬਹੁਰ ਕਰੋ ਨਹਿ ਕਾਰਜ ਦੂਜਾ। ਕਹਿਣ ਲੱਗੇ ਜਦੋਂ ਬਾਬਾ ਕਾਲੂ ਜੀ ਦਾ ਸੁਨੇਹਾ ਪਾਂਦੇ ਹਰਦਿਆਲ ਨੂੰ ਮਿਲਿਆ, ਉਸਨੇ ਦਿਜ ਨੇ ਕਿਹਾ ਕਹਿ ਦਿਜ ਹੋਂ ਆਮੋ ਕਰ ਪੂਜਾ, ਕਿਆ ਉਸ ਨੌਕਰ ਨੂੰ ਜਾ ਸੇਵਕ ਤੂੰ ਘਰ ਜਾ ਤੇ ਜਾ ਕੇ ਕਹਿ ਦੀ ਕਿ ਮੈਂ ਬਸ ਪੂਜਾ ਕਰਕੇ ਆ ਰਿਹਾ ਹਾਂ, ਕਿਸੇ ਪੂਜਾ ਦੇ ਵਿੱਚ ਮੈਂ ਉਸ ਰੂਪ ਵਿੱਚ ਮਨੋਵਰ ਹਾਂ, ਬਾਹਰ ਕਰੂੰ ਨਾ ਕਾਰਜ ਦੂਜਾ, ਬਸ ਉਹ ਪੂਜਾ ਹੀ ਡਨ ਕਰਨੀ ਹੈ, ਮੈਂ ਉਹ ਕਰਕੇ ਹੋਰ ਕੋਈ ਕਾਰਜ ਨਹੀਂ ਕਰਨਾ, ਮੈਂ ਉਹਨਾਂ ਹੀ ਪੈਰਾਂ ਨਾਲ ਤੁਰ ਆਵਾਂਗਾ ਜੀ। ਸੁਣੀ ਉੱਤਰ ਕੋ ਤੇ ਸੰਦਾਸਾ ਕਾਲੂ ਪਾਸ ਕਰੀ ਅਰਦਾਸਾ। ਜਿਵੇਂ ਹੀ ਇਹ ਜਵਾਬ ਉਸ ਸੇਵਕ ਨੂੰ ਮਿਲਿਆ, ਉਹ ਬਾਬਾ ਕਾਲੂ ਜੀ ਦੇ ਕੋਲ ਆ ਗਿਆ। ਸੁਨ ਉੱਤਰ ਕੋ ਤਿਹ ਛਿਨ ਦਾਸਾ ਕਾਲੂ ਪਾਸ ਕਰੀ ਅਰਦਾਸਾ। ਜੋ ਬਾਤ ਪਾਂਦੇ ਹਰਦਿਆਲ ਨੇ ਦੱਸੀ ਸੀਗੀ, ਬਾਬਾ ਕਾਲੂ ਜੀ ਨੂੰ ਐਜ਼ ਇਟ ਇਜ਼ ਆ ਕੇ ਬਿਆਨ ਕਰ ਦਿੱਤੀ ਕਿ ਦਿਜ ਨੇ ਆ ਕਿਹਾ ਹੈ ਕਿ ਮੈਂ ਪੂਜਾ ਕਰਦਿਆਂ ਨਾਲ ਰਾਈਟ ਵੇ ਘਰ ਨੂੰ ਆ ਰਿਹਾ ਹਾਂ ਜੀ। ਕਢੀ ਪਾਂਚ ਲੋ ਅਰੁਣਾ ਕਰਕੇ ਆਇਓ ਦਿਵਜ ਸੁਭ ਸਗਨ ਵਿਚਰ ਕੇ। ਜਿਵੇਂ ਹੀ ਪੰਜਵੀਂ ਘੜੀ ਦੀ ਪੂਜਾ ਪੂਰੀ ਹੋਈ, ਬ੍ਰਾਹਮਣ ਉਸੇ ਵਕਤ ਹੀ ਘੜੀ ਪਾਂਚ ਲੋ ਅਰੁਣਾ ਕਰਕੇ ਆਇਓ ਦਿਵਜ ਸ਼ੁਭ ਸ਼ਗੁਨ ਵਿਚਰ ਕੇ। ਉਸਨੇ ਸ਼ੁਭ ਸ਼ਗਨ ਵਿਚਾਰਦਿਆਂ ਹੋਇਆ ਕਿਆ ਹੁਣ ਮੈਨੂੰ ਚੱਲਣਾ ਚਾਹੀਦਾ ਹੈ। ਇਹਦੇ ਅੱਗੇ ਜਾ ਕੇ ਵੀ ਥੋੜ੍ਹਾ ਜ਼ਿਕਰ ਆਵੇਗਾ, ਨਾ ਮਾਤਰ ਮੈਂ ਇੱਕ ਦੋ ਬੇਨਤੀਆਂ ਕਰਦੇ ਹਾਂ। ਇਸ ਤਰ੍ਹਾਂ ਜਾਣੋ ਕਿ ਮਨੁੱਖ ਆ ਅਤੇ ਸਾਨੂੰ ਸਰੀਰ ਸਾਡਾ ਆ, ਸਰੀਰ ਦਾ ਇਸਤੇਮਾਲ ਕਰਦੇ ਹਾਂ ਅਸੀਂ ਸਭ ਕੰਮਕਾਰ ਕਾਰਜ ਕਰਨ ਵਾਸਤੇ, ਪਰ ਸਰੀਰ ਨੂੰ ਡਰਾਈਵ ਕਰਦਾ ਹੈ ਮਨ। ਮਨ ਦੀ ਅਵਸਥਾ ਹਮੇਸ਼ਾ ਇੱਕੋ ਜਿਹੀ ਨਹੀਂ ਰਹਿੰਦੀ। ਮਨ ਕਦੀ ਬੜਾ ਪ੍ਰਸੰਨ ਆ, ਕਦੀ ਨਾ ਪ੍ਰਸੰਨ ਦੋਨਾਂ ਤੋਂ ਬਾਹਰ ਆ, ਕਦੀ ਬਿਲਕੁਲ ਨਾ ਪ੍ਰਸੰਨ ਆ, ਕਦੀ ਬਿਲਕੁਲ, ਜਿਹਨੂੰ ਅਸੀਂ ਕਹਿੰਦੇ ਹਾਂ ਮੇਰਾ ਮੂਡ ਨਹੀਂ ਠੀਕ। ਇਹ ਸਾਰੀ ਚੀਜ਼ ਸਵਿੰਗ ਕਰਦੀ ਇਸ ਰੂਪ ਦੇ ਵਿੱਚ। ਇਹਦੇ ਅੰਦਰ ਇਹ ਹੈ ਕਿ ਅਸੀਂ ਕਈ ਵਾਰੀ ਕੋਈ ਬੰਦਾ, ਮਤਲਬ ਤੁਸੀਂ ਉਹਨੂੰ ਕੋਈ ਗੱਲ ਕਹੋ ਵੀ ਭਾਈ ਆਹ ਕੰਮ ਕਰਨਾ, ਉਹ ਕਹਿੰਦਾ ਕਰ ਲਵਾਂਗੇ। ਉਸ ਨੂੰ ਕਹੋ ਵੀ ਆਹ ਕੰਮ ਕਰਨਾ ਭਾਈ, ਕਹਿੰਦਾ ਹੁਣੇ ਕਰ ਲੈਂਦੇ ਹਾਂ। ਕਈ ਵਾਰ ਕਹੋ ਕਹਿੰਦੇ ਮੈਂ ਨਹੀਂ ਕਰਨਾ ਭਾਈ, ਮੈਂ ਬਾਅਦ 'ਚ ਕਰਾਂਗਾ। ਅਸੀਂ ਕੀ ਕਹਿੰਦੇ ਬੜਾ ਮੂਡ ਹੀ ਬੰਦਾ ਭਾਈ, ਇਹਦੇ ਮੂਡ 'ਤੇ ਬੜਾ ਡਿਪੈਂਡ ਕਰਦਾ ਹੈਗਾ। ਸੋ ਇਹ ਮੂਡ ਕੀ ਹੈ? ਇਹ ਮਨ ਦੀ ਅਵਸਥਾ ਹੈ। ਇਸ ਮਨ ਦੀ ਅਵਸਥਾ ਦੇ ਅਕੋਰਡਿੰਗਲੀ ਪਰ ਇਹ ਮੰਨਿਆ ਗਿਆ ਬੰਦਾ ਹਮੇਸ਼ਾ ਮਨ ਨਾਲ ਰਾਏ ਲਾਏ, ਪਰ ਰਾਏ ਲਾਏ ਜਿਹਨੂੰ ਅਸੀਂ ਸਮਝ ਕਹਿੰਦੇ ਹਾਂ, ਜਿਹਨੂੰ ਅਸੀਂ ਅਕਲ ਕਹਿੰਦੇ ਹਾਂ, ਸੋਝੀ ਕਹਿੰਦੇ ਹਾਂ, ਉਸ ਵਿਜ਼ਡਮ ਦੀ ਰੌਸ਼ਨੀ ਦੇ ਵਿੱਚ ਕੁਝ ਚੀਜ਼ਾਂ ਐਸੀਆਂ ਹੁੰਦੀਆਂ ਜਿਨ੍ਹਾਂ 'ਚ ਤੁਸੀਂ ਡਿਲੇ ਨਹੀਂ ਕਰ ਸਕਦੇ। ਕੁਝ ਚੀਜ਼ਾਂ ਐਸੀਆਂ ਹੁੰਦੀਆਂ ਜਿਨ੍ਹਾਂ ਵਾਸਤੇ ਥੋੜ੍ਹਾ ਡਿਲੇ ਵੀ ਪੈ ਜਾਏ ਕੋਈ ਗੱਲ ਨਹੀਂ, ਪਰ ਜਦੋਂ ਕਰਨਾ ਤਾਂ 100% ਐਨਰਜੀ ਦੇ ਨਾਲ ਕਰਨਾ ਹੈ। ਇਸ ਦੁਨੀਆ ਜਿਹਦੇ 'ਚ ਅਸੀਂ ਰਹਿ ਰਹੇ ਹਾਂ, ਸਾਡੇ ਆਲੇ ਦੁਆਲੇ, ਖਾਸ ਕਰਕੇ ਸਾਡੇ ਵਿੱਚ ਵੀ ਹੈ, ਪਰ ਸਾਡੀ ਇੱਥੋਂ ਦੀ ਕੈਨੇਡੀਅਨ ਜਨਰੇਸ਼ਨ 'ਚ ਕੋਈ ਵੱਡੀ ਮੁਸ਼ਕਿਲ ਹੈ। ਉਹ ਪਤਾ ਕੀ? ਪ੍ਰੋਕਾਸਟੀਨੇਸ਼ਨ। ਇੱਕੋ ਮੁਸ਼ਕਿਲ ਆ ਪ੍ਰੋਕਾਸਟੀਨੇਸ਼ਨ। They are not saying I'm not going to do it, but at the same time they're not going to say, okay, I'm doing it, I will do right now. No. ਉਹਨਾਂ ਦੀ ਇੱਕੋ ਚੀਜ਼ ਆ, okay, I will see, I will do, but not yet. ਮੈਂ ਅਜੇ ਤਿਆਰ ਨਹੀਂ, I don't feel like to do that. ਮੈਂ ਐਵੇਂ ਇਸ ਤਰੀਕੇ ਨਾਲ ਕਰਦਾ। ਸੋ ਇਹ ਪ੍ਰਵਿਰਤੀ ਜਿਹੜੀ ਹੈ, ਇਹ ਪ੍ਰਵਿਰਤੀ ਉਹਨਾਂ ਦੀ ਜ਼ਿੰਦਗੀ ਦਾ ਸਭ ਤੋਂ ਵੱਡੀ ਜਿਹੜੀ ਉਹਨਾਂ ਲਈ ਮੁਸ਼ਕਿਲ ਹਰਡਲ ਖੜੀ ਕਰ ਦਿੰਦੀ ਹੈ। ਪਰ ਇਸ ਰੂਪ ਵਿੱਚ ਨੂੰ ਇਸ ਤਰੀਕੇ ਨਾਲ ਸਮਝ ਲਓ, ਆਪਣੇ ਆਪ ਦੇ ਅੰਦਰ ਆਵਾਜ਼ ਦਿਓ, ਕੋਈ ਵੀ ਕਾਰਜ ਕਰਨਾ ਹੈ ਉਸ ਨੂੰ ਮਨੋਂ ਕਰੋ, ਅੰਦਰੋਂ ਕਰੋ। ਮਹਾਰਾਜ ਦੇ ਪਾਵਨ ਬਚਨ ਅਸੀਂ ਬੜੇ ਪੜ੍ਹਦੇ ਬਾਣੀ 'ਚ, ਬਾਬਾ ਜੀ ਬਿਆਨ ਕਰਦੇ, ਬੀਓ ਬੀਜ ਪਤ ਲੈ ਗਏ ਅਬ ਕਿਉਂ ਉਗਵੈ ਦਾਲ। ਕਿਆ ਦਾਲ ਸੇਮ ਹੀ ਦਾਣਾ ਹੁੰਦਾ, ਉਹ ਦਾਣੇ ਨੂੰ ਦਲ ਦਿਓ, ਤੋੜ ਦਿਓ, ਉਹ ਦਾਣੇ ਦੀ ਦਾਲ 'ਤੇ ਬਣ ਜਾਏਗੀ, ਉਹਦੀ ਸਬਜ਼ੀ ਭਾਜੀ 'ਤੇ ਬਣ ਜਾਏਗੀ। ਪਰ ਜੇ ਤੁਸੀਂ ਉਹਨੂੰ ਕਹੋ ਵੀ ਉਹਨੂੰ ਮੈਂ
ਜ਼ਮੀਨ 'ਚ ਬੀਜ ਕੇ 'ਚ ਬੂਟਾ ਉਗਾ ਲਵਾਂ, ਉਹ ਨਹੀਂ ਹੋਏਗਾ। ਮਤਲਬ ਉਹ ਜਿਹੜਾ ਦਾਣਾ ਆ, ਉਹ ਜਿਹੜਾ ਖਾਸ ਕਰਕੇ ਖਾਸ ਰੂਪ ਦੇ ਵਿੱਚ ਕਹਿ ਲਓ ਕੋਈ ਸੀਡ, ਕੋਈ ਗ੍ਰੇਨ ਦਾ ਉਸ ਰੂਪ ਵਿੱਚ ਇੱਕ ਸਾਲਮ ਉਹਦਾ ਪੀਸ ਆ, ਉਹ ਸਾਲਮ ਰਹੇਗਾ ਤੇ ਉੱਗੇਗਾ, ਜੇ ਟੁੱਟ ਜਾਏਗਾ ਤੇ ਉੱਗੇਗਾ ਨਹੀਂ। ਇਨ ਬਿਨ ਸਾਡੇ ਮਨ ਦੀ ਅਵਸਥਾ ਹੈ। ਜਦੋਂ ਕਿਸੇ ਮਨ ਦੇ ਵਿੱਚ ਸੰਪੂਰਨਤਾ ਹੈ ਕਿਸੇ ਕਾਰਜ ਨੂੰ ਕਰਨ ਵਾਸਤੇ, ਉਹ ਕਾਰਜ ਹੋ ਜਾਏਗਾ। ਜਿਹਦੇ 'ਚ ਮਨ ਹੀ ਅੱਧਾ ਅਧੂਰਾ ਆ, ਬੰਦਾ ਤੁਰ ਪਿਆ ਪਰ ਉਹਦਾ ਮਨ ਜੇ ਨਾਲ ਹੀ ਨਹੀਂਗਾ, ਫਿਰ ਉਹਦਾ ਕਾਰਜ ਕਿੱਥੇ ਹੋਏਗਾ। ਇਸ ਕਰਕੇ ਮਨ ਨੂੰ ਸਾਲਮ ਕਰੋ। ਜਿਹੜਾ ਲੋਕਾਂ ਦਾ ਟ੍ਰੈਡੀਸ਼ਨਲ ਵੇ ਨਾਲ ਹੁੰਦਾ ਸੀਗਾ ਵੀ ਚਲੋ ਮੈਨੂੰ ਥੋੜ੍ਹਾ ਟਾਈਮ ਦਿਓ, ਮੈਂ ਘੜੀ ਪਲ ਠਹਿਰ ਕੇ ਆਪਣਾ ਪੂਰਾ ਮਨ ਬਣਾ ਕੇ ਉਸ ਰੂਪ ਵਿੱਚ ਆਉਣਾ, ਇਸ ਤਰੀਕੇ ਦੀਆਂ ਰਾਵਾਂ ਰਹੀਆਂ ਸਾਡੇ ਉੱਥੇ। ਪਰ ਹੋਇਆ ਕਿ ਆ ਜੋਤਿਸ਼ ਵਿੱਦਿਆ ਅਤੇ ਪੰਚਾਂਗ ਤੇ ਸਭ ਚੀਜ਼ਾਂ ਨੇ ਇਸ ਤਰੀਕੇ ਦੀ ਸਾਰੀ ਸੁਪਰਸਟੀਸ਼ੀਅਸ ਤਰੀਕੇ ਦੀਆਂ ਚੀਜ਼ਾਂ ਲਿਆਂਦੀਆਂ, ਲੋਕਾਂ ਨੂੰ ਠੱਗਣਾ ਠੌਰਾ ਸ਼ੁਰੂ ਕਰ ਦਿੱਤਾ ਸਾਰਾ। ਅਤੇ ਇਹ ਬੜਾ ਟ੍ਰੈਡੀਸ਼ਨਲ ਵੇ ਨਾਲ ਵੀ ਰਿਹਾ। ਪਰ ਇੱਥੇ ਤੁਸੀਂ ਦੇਖੋ ਆਪਣੇ ਆਪ ਨੂੰ ਦਿਨ ਚੜ੍ਹਿਆ ਹੈ, ਕੁਝ ਆਪਣੀ ਜਿਹੜੀ ਉਹ ਆਪਣੀ ਕੋਈ ਪੂਜਾ ਅਰਚਨਾ ਬ੍ਰਾਹਮਣ ਨੇ ਕਰਨੀ ਕਰ ਲਈ, ਅਤੇ ਉਸ ਤੋਂ ਬਾਅਦ ਉਹਨੇ ਕਿਹਾ ਵੀ ਹੁਣ ਮੈਂ ਆਪਣਾ ਜਿਹੜਾ ਸਾਵਾ ਮਨ ਕਰ ਲਿਆ, ਅਤੇ ਹੁਣ ਘੜੀ 5 ਲੋ ਅਰੁਣਾ ਕਰਕੇ ਆਇਓ ਦੁਜ ਸ਼ੁਭ ਸ਼ਗੁਨ ਵਿਚਰਕੈ। ਉਹਨੇ ਕਿਹਾ ਇਹ ਸ਼ੁਭ ਸ਼ਗਨ ਆ, ਹੁਣ ਮੈਨੂੰ ਚੱਲਣਾ ਚਾਹੀਦਾ ਭਾਈ। ਹੁਣ ਆਪਣੇ ਉਸ ਰੂਪ ਵਿੱਚ ਉਸਨੇ ਉਸ ਲਗਨ ਦੇ ਮੁਤਾਬਕ ਤੁਰਨਾ ਕੀਤਾ ਜੀ। ਕਾਲੂ ਕੋ ਸਸਤੇਨ ਸੁਣਾਇਓ, ਵੇਖਿਓ ਸ਼ਾਹ ਕੋ ਉਰਹੁਲ ਸਾਇਓ। ਜਾ ਕੇ ਬਾਬਾ ਕਾਲੂ ਦੇ ਨਾਲ ਮੁਲਾਕਾਤ ਹੋਈ ਅਤੇ ਮਹਿਤਾ ਕਾਲੂ ਜੀ ਨੇ ਉਸਨੇ ਕਹਿੰਦੇ ਨੇ ਸਵਸਤੈਨ ਦਾ ਮਤਲਬ ਹੁੰਦਾ ਅਸੀਸ ਦੇਣੀ, ਆਸ਼ੀਰਵਾਦ ਦੇਣਾ। ਕਿਉਂਕਿ ਇਹ ਬ੍ਰਾਹਮਣੀ ਮਰਿਆਦਾ ਜੋ ਭਾਰਤੀ ਖਿੱਤੇ 'ਚ ਹਜ਼ਾਰਾਂ ਸਾਲ ਤੱਕ ਰਹੀ ਵੀ ਬ੍ਰਾਹਮਣ ਆਸ਼ੀਰਵਾਦ ਦਿੰਦਾ ਸਾਰਿਆਂ ਨੂੰ। ਸਾਡੇ ਘਰ ਦੇ ਵਿੱਚ ਬ੍ਰਾਹਮਣ ਦਾ ਮਤਲਬ ਹੀ ਬਦਲ ਗਿਆ ਬਿਲਕੁਲ। ਸਾਡੇ ਘਰ 'ਚ ਕਿਸੇ ਪੰਡਤ ਦੇ ਘਰ ਵਿੱਚ ਪੈਦਾ ਹੋਣ ਵਾਲਾ ਪੰਡਤ ਜਾਂ ਬ੍ਰਾਹਮਣ ਨਹੀਂ ਹੁੰਦਾ। ਸਾਡੇ ਘਰ ਤੇ ਬ੍ਰਹਮ ਬਿੰਦਾ ਤਿਸ ਦਾ ਬ੍ਰਹਮਤਰ ਹੈ, ਏਕ ਸ਼ਬਦ ਲਿਵ ਲਾਏ। ਜਿਸ ਨੇ ਸ਼ਬਦ ਵਿੱਚ ਲਿਵ ਲਾ ਲਈ ਉਹ ਬ੍ਰਾਹਮਣ। ਅਤੇ ਸਾਡਾ ਬ੍ਰਾਹਮਣ ਤੇ ਭਗਤ ਰਵਿਦਾਸ ਆ, ਸਾਡਾ ਬ੍ਰਾਹਮਣ ਤੇ ਭਗਤ ਕਬੀਰ ਆ, ਸਾਡਾ ਬ੍ਰਾਹਮਣ ਭਗਤ ਨਾਮਦੇਵ ਆ, ਸਾਡਾ ਬ੍ਰਾਹਮਣ ਭਗਤ ਸੈਨ ਆ। ਅਸੀਂ ਉਸ ਜਾਤ ਤੋਂ ਪਾਰ ਹਾਂ, ਅਸੀਂ ਉਸ ਗਿਆਨ ਅਤੇ ਸ਼ਬਦ ਦੀ ਧਾਰਾ ਨਾਲ ਮੰਡਿਤ ਹੋਣ ਵਾਲੀ ਅਵਸਥਾ 'ਚ ਆ ਗਏ। ਪਰ ਇਹ ਕਿਉਂਕਿ ਤਵਾਰੀਖ ਉਸ ਸਮੇਂ ਨੂੰ ਬਿਆਨ ਕਰ ਰਹੀ ਹੈ, ਕਵੀ ਜੀ ਕਹਿੰਦੇ ਕਿ ਬ੍ਰਾਹਮਣ ਦਵਿਜ ਨੇ ਆ ਕੇ ਜਿਵੇਂ ਕੋਈ ਅਸੀਸ ਦਿੰਦਾ, ਕਾਲੂ ਕੋ ਸਵਸਤੈਨ ਸੁਨਾਇਓ, ਪਿਕ ਉਚਾਹ ਕੋ ਉਰ ਹੁਲਸਾਇਓ। ਅਤੇ ਉਹਦਾ ਬੜਾ ਬਾਬਾ ਕਾਲੂ ਦਾ ਉਤਸ਼ਾਹ ਵੇਖ ਕੇ, ਮਤਲਬ ਉਹਨੂੰ ਬੜੇ ਇੰਥੂਜੈਸਟਿਕ ਵੇ ਨਾਲ ਵੇਖਦਿਆਂ ਹੋਇਆਂ ਵੀ ਇਹ ਬੜਾ ਉਤਸ਼ਾਹ ਵਿੱਚ ਖੁਸ਼ ਹੈ। ਪੰਡਤ ਵੀ ਬੜਾ ਖੁਸ਼ ਹੋਇਆ ਜੀ। ਦਿਜਬਰ ਕੋਲੇ ਅਜਰ ਮਹਿ ਸਾਦਰ ਆਸਨ ਦਾਸ। ਬ੍ਰਾਹਮਣ ਨੂੰ ਆਪਣੇ ਵਿਹੜੇ ਵਿੱਚ ਲੈ ਆਏ ਅਤੇ ਬੜੇ ਆਦਰ ਸਤਿਕਾਰ ਦੇ ਨਾਲ ਉਹਨਾਂ ਵਾਸਤੇ ਆਸਣ ਡਾਇਆ। ਟ੍ਰੈਡੀਸ਼ਨਲ ਵੇ ਨਾਲ ਮੂੜੇ ਹੁੰਦੇ ਸੀ, ਮੰਜਾ ਹੁੰਦਾ ਸੀ, ਕੋਈ ਮੰਜਾ ਖਿੱਚਿਆ, ਕੋਈ ਮੂੜਾ ਖਿੱਚਿਆ। ਸੋ ਆਸਣ ਡਾ ਕੇ ਬ੍ਰਾਹਮਣ ਨੂੰ ਦਵਿਜ ਨੂੰ ਬੈਠਣ ਵਾਸਤੇ ਕਿਹਾ ਜੀ। ਬੈਠਾਇਓ ਬਹੁ ਪਾਓ ਕਰ ਆਪ ਬੈਸ ਤਿਸ ਪਾਸ। ਬੜੇ ਸਨੇਹ ਪਿਆਰ ਦੇ ਨਾਲ ਦਵਿਜ ਨੂੰ ਬਿਠਾਇਆ ਤੇ ਉਹਦੇ ਕੋਲ ਹੀ ਆਪ ਬੈਠ ਗਏ ਬਾਬਾ ਕਾਲੂ ਜੀ। ਕਹਿ ਕਾਲੂ ਸੁਣ ਸਰੋਣ ਦੇ ਜਿੰਦੂ, ਦਇਓ ਸਦਨ ਮਮਤਾਤ ਗੋਬਿੰਦੂ। ਬਾਬਾ ਮਹਿਤਾ ਕਾਲੂ ਜੀ ਕਹਿਣ ਲੱਗੇ, ਹੇ ਸ੍ਰੇਸ਼ਟ ਬ੍ਰਾਹਮਣ ਮੇਰੀ ਗੱਲ ਸੁਣੋ, ਦਇਓ ਸਦਨ ਮਮਤਾਤ ਗੋਬਿੰਦੂ। ਤੁਹਾਨੂੰ ਪਤਾ ਵਕਾਲ ਪੁਰਖ ਵਾਹਿਗੁਰੂ ਨੇ, ਉਸ ਕਰਤਾਰ ਨੇ, ਉਸ ਪਾਰ ਬ੍ਰਹਮ ਨੇ ਬੜਾ ਤਰਸ ਕੀਤਾ ਗੋਬਿੰਦ ਨੇ। ਦਇਓ ਸਦਨ ਮਮਤਾਤ, ਤਾਤ ਕਹਿੰਦੇ ਬੇਟੇ ਨੂੰ, ਤਾਤ ਬੇਟੇ ਦੀ ਬਖਸ਼ਿਸ਼ ਹੋਈ ਹੈ, ਘਰ ਦੇ ਵਿੱਚ ਪੁੱਤਰ ਆਇਆ ਹੈ। ਬ੍ਰਾਹਮਣ ਜੀ ਸਾਨੂੰ ਮਾਲਕ ਨੇ ਪੁੱਤਰ ਦੀ ਦਾਤ ਬਖਸ਼ੀ ਹੈ ਜੀ। ਮੁਝ ਪਰ ਨਿਜ ਅਨੁਕੰਪਾ ਤਾਰੋ, ਸੋਧ ਮਹੂਰਤ ਲਗਨ ਵਿਚਾਰੋ। ਹੁਣ ਦਵਿਜ ਜੀ ਤੁਸੀਂ ਮੇਰੇ ਤੇ ਵੀ ਥੋੜ੍ਹੀ ਅਨੁਕੰਪਾ ਕਰੋ, ਕਿਰਪਾ ਕਰੋ। ਜਿਵੇਂ ਕਹੋ ਵੀ ਤੁਸੀਂ ਤੁਹਾਡੇ ਤੋਂ ਇਹ ਸੇਵਾ ਲੈਣੀ ਹੈ, ਤੁਸੀਂ ਹੁਣ ਸਾਨੂੰ ਇਸ ਰੂਪ ਵਿੱਚ ਆਪਣੀ ਸੇਵਾ ਬਖਸ਼ੋ। ਕਿਆ ਮੁਝ ਪਰ ਨਿਜ ਅਨੁਕੰਪਾ ਧਾਰੋ, ਸੋਧ ਮਹੂਰਤ ਲਗਨ ਵਿਚਾਰੋ। ਜਿਸ ਸਮੇਂ ਦੇ ਵਿੱਚ ਬੱਚੇ ਦੀ ਆਮਦ ਹੋਈ ਹੈ, ਬੱਚੇ ਦਾ ਜਨਮ ਹੋਇਆ ਹੈ, ਉਹ ਸਾਰੀ ਘੜੀ ਪਲ ਨੂੰ ਤੁਸੀਂ ਉਸ ਰੂਪ ਦੇ ਵਿੱਚ ਸੋਧ ਕੇ ਲਿਖਣਾ ਕਰੋ। ਉਹਦੇ ਬਾਰੇ ਸਾਨੂੰ ਬਿਆਨ ਕਰੋ। ਜਿਵੇਂ ਅਸੀਂ ਪੁੱਛਦੇ ਹਾਂ, ਜਿਵੇਂ ਕਿਸੇ ਕੋਲ ਜਾਈਦਾ ਨਾ, ਕੋਈ ਜੋਤਸ਼ੀ ਵਿੱਦਿਆ ਵਾਲੇ ਕੋਲ ਪੁੱਛੀਦਾ ਵੀ ਆਹ ਸਾਰਾ ਕੁਝ ਹੈ, ਵੀ ਦੱਸੋ ਇਹਦੇ ਬਾਰੇ। ਸੋ ਇੱਕ ਤਰੀਕੇ ਦੇ ਨਾਲ ਬਾਬਾ ਕਾਲੂ ਜੀ ਇਸ ਸਾਰੇ ਦੇ ਬਾਬਤ ਪੰਡਤ ਹਰਦਿਆਲ ਕੋਲੋਂ ਸਾਰੀ ਬਾਤ ਪੁੱਛਣਾ ਚਾਹੁੰਦੇ ਨੇ ਜੀ। ਭੇਦ ਸੁਭਾ ਸੁਭ ਸਭ ਲਖ ਲੀਜੈ, ਭਵ ਪਤਰੀ ਇਸ ਕੀ ਲਿਖ ਦੀਜੈ। ਭਵ ਪੱਤਰੀ ਜਿਹਨੂੰ ਅਸੀਂ ਜਨਮ ਪੱਤਰੀ ਕਹਿੰਦੇ ਆ, ਕਿਆ ਇਹਦੀ ਹੁਣ ਜਨਮ ਪੱਤਰੀ ਲਿਖ ਦਿਓ, ਜਨਮ ਪੱਤਰੀ ਬਣਾ ਦਿਓ।
ਭੇਦ ਸੁਭਾ ਸੁਭ ਸਭ ਲਖ ਲੀਜੈ। ਤੇ ਇਹਦੇ ਬਾਰੇ ਸਾਰੇ ਸ਼ੁਭ ਅਸ਼ੁਭ ਸਾਰੀਆਂ ਚੀਜ਼ਾਂ ਲਖ ਕੇ ਸਾਨੂੰ ਬਿਆਨ ਕਰ ਦਿਓ ਜੇ। ਗੁਰਮਤਿ ਸਕੂਲ ਬਾਬਤ ਜੇ ਤੁਸੀਂ ਬੜੇ ਧਿਆਨ ਨਾਲ ਦੇਖੋਗੇ ਤੇ ਮਹਾਰਾਜ ਦਾ ਪਾਵਨ ਬਚਨ ਇਹ ਹੈ, ਸ਼ਗਨ ਅਪਸ਼ਗਨ ਤਿਸ ਕੋ ਲਗੈ ਜਿਸ ਚੀਤ ਨਾ ਆਵੈ। ਬਾਈ ਜਿਹੜਾ ਬੰਦਾ ਵਾਹਿਗੁਰੂ ਨੂੰ ਭੁੱਲ ਜਾਂਦਾ ਉਹਦੇ ਵਾਸਤੇ ਹਰ ਘੜੀ ਹੀ ਕਹਿ ਲਓ ਮਾੜੀ ਆ, ਜਿਹੜਾ ਬੰਦਾ ਰੱਬ ਨੂੰ ਚੇਤੇ ਰੱਖਦਾ ਹਰ ਘੜੀ ਹੀ ਸੁਲੱਖਣੀ ਆ ਉਹਦੇ ਵਾਸਤੇ। ਇਹ ਬਾਤ ਬਾਕੀ ਗੱਲ ਰਹਿ ਗਈ। ਕਈ ਵਾਰੀ ਹੁੰਦਾ ਲੋਕ ਕਹਿੰਦੇ ਜਿਹੜੇ ਜਨਮ ਪੱਤਰੀਆਂ ਮੰਨਦੇ ਭਾਈ ਮੰਨੀ ਜਾਣ ਦਿਓ, ਭਾਈ ਤੁਹਾਨੂੰ ਕੀ ਇਤਰਾਜ਼ ਹੈ। ਬਿਲਕੁਲ ਠੀਕ ਹੈ ਭਾਈ, ਜਿਹਦਾ ਵਿਸ਼ਵਾਸ ਆਪਣੇ ਤਰੀਕੇ ਨਾਲ ਕਰੇ। ਗੁਰਮਤਿ ਸਕੂਲ ਤੇ ਸਾਰਿਆਂ ਨੂੰ ਫ੍ਰੀ ਛੱਡਦਾ, ਕਹਿੰਦਾ ਵੀ ਆਹ ਰਾਹ ਆ ਸਾਡਾ, ਆਉਣਾ ਕਿਸੇ ਨੇ ਮੰਨਣਾ ਭਾਈ ਆਹ ਸੱਚ ਦਾ ਰਾਹ ਹੈ। ਪਰ ਹਕੀਕੀ ਰੂਪ ਵਿੱਚ ਦੇਖੋਗੇ ਲੋਕਾਂ ਦੀ ਲੁੱਟ ਖਸੁੱਟ ਹੁੰਦੀ ਸਭ ਚੀਜ਼ਾਂ। ਮੈਂ ਇੱਥੇ ਗਾਲਬਨ ਕਈ ਸੈਂਕੜੇ ਕੇਸ ਇਹੋ ਜਿਹੇ ਦੇਖੇ ਮੇਰੇ ਕੋਲ ਜਿਨ੍ਹਾਂ ਦੇ 'ਚ ਇਹੋ ਜਿਹੀਆਂ ਮੁਸ਼ਕਿਲਾਂ ਬਣੀਆਂ। ਅਜੇ ਰੀਸੈਂਟਲੀ ਕੁਝ ਮਹੀਨੇ ਪਹਿਲਾਂ 'ਚ ਕੇਸ ਸੀਗਾ ਅਤੇ ਉਹ ਲੜਕਾ ਅਤੇ ਲੜਕੀ ਦੋਨੋਂ ਪ੍ਰੋਫੈਸ਼ਨਲ ਨੇ, ਗਾਲਬਨ ਜਾਣਦੇ ਨੇ ਇੱਕ ਦੂਜੇ ਨੂੰ, ਅਤੇ ਵਿਆਹ ਦਾ ਆਲਮੋਸਟ ਜਿਹੜਾ ਹੈਗਾ ਉਹਨਾਂ ਦਾ ਪੂਰਾ ਉਹ ਮਨ ਬਣਿਆ ਆ ਸਾਰਾ। ਅਤੇ ਇੱਕ ਫੈਮਿਲੀ ਪੂਰੀ ਤਰ੍ਹਾਂ ਐਗਰੀ ਕਰਦੀ ਏ, ਦੂਜੀ ਫੈਮਿਲੀ ਅੱਧਾ ਅਧੂਰਾ ਜਿਹਾ ਐਗਰੀ ਕਰਦੀ, ਅੱਧਾ ਅਧੂਰਾ ਡਿਸਐਗਰੀ ਕਰਦੀ ਉਹ ਬੱਚੇ ਵਾਲੀ। ਆਖਰ ਹੋਇਆ ਕਿ ਭਈ ਗੱਲ ਕੀ ਹੈ, ਉਹ ਬੱਚਾ ਕਹਿੰਦਾ ਮੈਨੂੰ ਵੀ ਨਹੀਂ ਦੱਸਦੇ, ਨਾ ਹਾਂ ਕਰਦੇ ਨੇ ਨਾ ਕਰਦੇ ਨੇ। ਫਿਰ ਬਾਤ ਹੋਏ ਸੱਜੇ ਖੱਬੇ ਅੱਗੇ ਪਿੱਛੇ, ਉਹ ਕਰਦਿਆਂ ਕਰਾਉਂਦਿਆਂ ਗੱਲਬਾਤ ਕਰਦਿਆਂ ਆਖਰਕਾਰ ਗੱਲ ਇਹ ਹੋਈ ਜਦੋਂ ਬਹੁਤ ਗੋਖ ਨਾਲ ਪੜਤਾਲਿਆ ਅਤੇ ਪਤਾ ਲੱਗਾ ਵੀ ਕਿਸੇ ਪੰਨ ਦੇ ਕੋਲ ਗਏ ਸੀਗੇ, ਉਹਨੇ ਕੁਛ ਕਿਹਾ ਵੀ ਨਹੀਂ ਜੀ ਉਹਦੀ ਜਨਮ ਪੱਤਰੀ ਠੀਕ ਨਹੀਂ ਬੱਚੀ ਦੀ, ਆਹ ਸਾਰਾ ਕੁਛ ਇਸ ਤਰੀਕੇ ਨਾਲ। ਅਤੇ ਉਹ ਬੇਟਾ ਬੜਾ ਸਰਪ੍ਰਾਈਜ਼, ਉਹ ਕਹਿੰਦਾ ਕਮਾਲ ਹੋ ਗਈ, ਮੈਨੂੰ ਇਹ ਸ਼ੁਰੂ ਤੋਂ ਗੁਰਦੁਆਰਾ ਸਾਹਿਬ ਲੈ ਕੇ ਜਾਂਦੇ ਨੇ, ਮੈਨੂੰ ਐਵੇਂ ਦੀਆਂ ਗੱਲਾਂ ਕਹਿੰਦੇ ਸਭ ਕੁਝ। ਅਤੇ ਇਹ ਸਾਰਾ ਹਾਂ ਭਈ ਇਹ ਸਾਡਾ ਡੂਅਲ ਫੇਸ ਆ, ਅਸੀਂ ਮਤਲਬ ਦੋਨੋਂ ਹੀ ਚੀਜ਼ਾਂ ਕਰੀ ਜਾ ਰਹੇ। ਇਹ ਇਸ ਕਿਸਮ ਦੀ ਜਿਵੇਂ ਉਲਾਮਾ ਇਕਬਾਲ ਦਾ ਵਾਕ ਹੈ ਨਾ ਵੀ ਸਾਡੀ ਹਾਲਤ ਇਹ ਹੈ ਵੀ बोतल भी पी होटल में, चंदा भी दिया मस्जिद में। क्यों? कहने लगे भी खुदा भी खुश रहे और शैतान भी बेजार ना हो, भी साडी शैतान वालों भी कोई ना बने तो खुदा वालों भी बनी रहे, दोनों काम इकट्ठी चली जान। ये चीज़ां मतलब इस रूप दे विच ਉਹ ਖੈਰ ਜਿਹੜੀ ਉਹ ਬਾਤ ਹੋਈ, ਉਹ ਬਾਤ ਤਰੀਕੇ ਨਾਲ ਉਹ ਕਹਿੰਦੇ ਜੀ ਬਿਲਕੁਲ ਨਹੀਂ, ਅਸੀਂ ਤੇ 2-3 ਪੰਡਤਾਂ ਤੋਂ ਟੇਵਾ ਲਵਾ ਬੈਠੇ ਹਾਂ, ਇਹ ਤੇ ਕੁੜੀ ਫੇਟੀ ਨਹੀਂ ਬੈਠਣੀ ਸਾਨੂੰ। ਉਹ ਮੁੰਡਾ ਹੁਣ ਹਾਈਲੀ ਐਜੂਕੇਟਡ ਹੈ, ਬੜੇ ਵੱਡੇ ਇੰਸਟੀਟਿਊਸ਼ਨ 'ਚ ਬੜੀ ਉਮਦਾ ਜੋਬ 'ਤੇ ਹੈਗਾ। ਉਹ ਕਹਿੰਦਾ ਜੀ ਵਾਕਿਆ ਦੀ ਗੱਲ ਠੀਕ ਹੈ, ਤੁਹਾਨੂੰ ਇਹ ਕੁੜੀ ਵਾਕਿਆ 'ਚ ਹੀ ਫਿੱਟ ਨਹੀਂ ਬੈਠਣੀ। ਕਿਉਂ? ਕਹਿਣ ਲੱਗਾ ਗੱਲ ਇਹ ਹੈ ਵੀ ਮੈਂ ਕੁੜੀ ਨਾਲ ਵਿਆਹ ਕਰਾ ਲੈਣਾ ਅਤੇ ਮੈਂ ਤੁਹਾਨੂੰ ਛੱਡ ਦੇਣਾ, ਤੁਹਾਨੂੰ ਵਾਕਿਆ 'ਚ ਹੀ ਫਿੱਟ ਨਹੀਂ ਬੈਠਣੀ। ਇਟਸ ਟਰੂ। ਉਹ ਕਹਿੰਦੇ ਜੀ ਦੇਖਿਆ ਉਹ ਹਾਲਤ ਕੀ ਹੈ, ਕਹਿੰਦੇ ਇਹੀ ਗੱਲ ਉਹ ਗੱਲ ਸੱਚੀ ਨਹੀਂ, ਗੱਲ ਤੁਸੀਂ ਕਰ ਰਹੇ ਹੋ ਸੱਚੀ, ਕਿਉਂਕਿ ਜਿਹੜੇ ਵਹਿਮ ਭਰਮ ਦੰਭ ਨੇ ਇਸ ਰੂਪ ਦੇ ਵਿੱਚ, ਹਾਂ ਘੜੀ ਮੂਹਰਤ ਪਲ ਇਹ ਸਭ ਚੀਜ਼ਾਂ ਕਿਤੇ ਨਾ ਕਿਤੇ ਮੈਚ ਕਰਨਗੀਆਂ। ਕੁਝ ਚੀਜ਼ਾਂ ਕੁਦਰਤੀ ਤੌਰ 'ਤੇ ਤੁਹਾਨੂੰ ਕਿਤੇ ਸਾਵੇ ਰੂਪ ਵਿੱਚ ਫਿੱਟ ਲੱਗ ਜਾਂਦੀਆਂ। ਜਿਵੇਂ ਸਪੋਜ਼ ਕਰੋ ਇਹਨਾਂ ਮੁਲਕਾਂ 'ਚ ਅਸੀਂ ਲਾਟਰੀਆਂ ਪਾਉਂਦੇ ਲੋਕਾਂ ਨੂੰ ਦੇਖਦੇ ਹਾਂ, ਕਈ ਮਲਟੀ ਮਿਲੀਅਨਸ 'ਚੋਂ ਇੱਕ ਬੰਦੇ ਦੀ ਨਿਕਲ ਆਉਂਦੀ ਹੈ। ਜਿਸ ਦਿਨ ਉਹਦੀ ਕਿਤੇ ਨਿਕਲ ਆਈ ਉਹਨੂੰ ਕਿਸੇ ਨੇ ਕਿਹਾ ਵੀ ਅੱਜ ਤੇਰਾ ਲੱਕ ਬੜਾ ਵਧੀਆ, ਅੱਜ ਇਸ ਰੂਪ ਵਿੱਚ, ਅੱਜ ਉਹਦੇ ਲਈ ਤਾਂ ਰੱਬ ਹੋ ਗਿਆ ਜੀ। ਉਹਨੇ ਕਿਹਾ ਜੀ ਮੈਨੂੰ ਅੱਜ ਨੇ ਕਿਹਾ ਸੀ ਕੰਮ ਹੋ ਗਿਆ, ਹਾਲਾਂਕਿ ਉਹ ਬਾਏ ਚਾਂਸ ਹੋ ਗਿਆ ਕਿਤੇ। ਇਹ ਅਕਸਮਾਤ, ਇਹ ਕੁਦਰਤ ਦੇ ਰੰਗਾਂ 'ਚ ਚੀਜ਼ਾਂ ਅਕਸਰ ਹੁੰਦੀਆਂ। ਇਸ ਨੂੰ ਦਾਨੇ ਲੋਕਾਂ ਨੇ ਕਿਹਾ ਅਖੀਰ ਦੇ ਉੱਤੇ ਮਰਜ਼ੀ ਰੱਬ ਦੀ ਹੈ। ਜੇ ਰੱਬ ਦੀ ਅਸੀਂ ਬਚਨ ਪੜ੍ਹੀਏ, ਮਹਾਰਾਜ ਬਿਆਨ ਕਰਦੇ ਕਾਰਨ ਕਰਤੇ ਵਸ ਹੈ ਜਿਨ ਕਲ ਰੱਖੀ ਧਾਰ, ਜਿਹਦੀ ਕਲਾ ਵਾਪਰ ਰਹੀ ਹੈ ਉਹ ਅਕਲ ਕਲਾ ਹੈ, ਮੇਰੀ ਤੁਹਾਡੀ ਪਹੁੰਚ ਤੋਂ ਬਹੁਤ ਪਰੇ ਹੈ, ਉਹਦੇ ਹਿੱਸੇ ਹੀ ਕਾਰਨ ਆਇਆ, ਉਹੀ ਸਭ ਕਰਤਾ ਕਰਨ ਵਾਲਾ ਹੈ। ਮੁੱਕਦੀ ਗੱਲ ਇਸ ਰੂਪ ਦੇ ਵਿੱਚ ਆ, ਜੇ ਕੋਈ ਮੇਰੀ ਮਰਜ਼ੀ ਹੈ ਤਾਂ ਮੇਰੀ ਮਰਜ਼ੀ ਮੁਤਾਬਕ ਕੁਝ ਹੋ ਗਿਆ ਤੇ ਮੈਂ ਕਿਹਾ ਹਾਂ ਭਈ ਇਹ ਮੇਰੀ ਮਰਜ਼ੀ ਪੁੱਗ ਗਈ, ਨਹੀਂ ਉਹ ਕਰਨ ਵਾਲੇ ਦੀ ਮਰਜ਼ੀ ਵੀ ਇਹੀ ਸੀ, ਤੇਰੀ ਨਹੀਂ ਮਰਜ਼ੀ ਕਰਨ ਵਾਲੇ ਦੀ ਹੋਈ। ਐਕਸੀਡੈਂਟਲੀ ਕਹਿ ਲਓ ਤੇਰੀ ਮਰਜ਼ੀ ਉਹਦੀ ਮਰਜ਼ੀ 'ਚ ਮਰਜ ਕਰ ਗਈ। ਜੇ ਕਿਤੇ ਤੇਰੀ ਮਰਜ਼ੀ ਹੈ ਤੇ ਕਰਨਹਾਰ ਦੀ ਮਰਜ਼ੀ ਨਹੀਂ, ਤੂੰ ਤੜਪ ਕੇ ਲੈ ਜਾਈਂ, ਉਹ ਮਰਜ਼ੀ ਨਾ ਪੁੱਗੇਗੀ। ਤੇ ਲੋਕੀ ਤੜਪਦੇ ਨੇ, ਮਰਜ਼ੀ ਆ ਪਰ ਹੁੰਦਾ ਨਹੀਂ। ਹਾਂ ਇਹ ਸਾਰੀਆਂ ਚੀਜ਼ਾਂ ਨੂੰ ਜੋ ਸੈਂਕੜੇ ਵਰ੍ਹਿਆਂ ਤੋਂ ਜਾਂ ਹਜ਼ਾਰਾਂ ਵਰ੍ਹਿਆਂ ਤੋਂ ਇੱਕ ਸੁਪਰਸਟੀਸ਼ੀਅਸ ਵੇ ਦੇ ਨਾਲ ਲੋਕਾਂ ਨੇ ਪਾਲਿਆ ਚਲਾਇਆ ਅਤੇ ਅੱਜ ਵੀ ਉਹ ਪਾਲਦੇ ਚਲਾਉਂਦੇ ਹੋਏ ਤੁਰੇ ਲੱਗੇ ਆ ਰਹੇ ਨੇ। ਜੇ ਇਸੇ ਨੂੰ ਸਮਝ ਲਿਆ ਜਾਏ ਵੀ ਇਹ ਬੜੀ ਵੱਡੀ ਜਿਹੜੀ ਜੀ ਪੱਥਰ 'ਤੇ ਲਕੀਰ ਦੀ ਤਰ੍ਹਾਂ ਆ, ਫਿਰ ਤਾਂ ਸਾਡਾ ਸਾਰਾ ਖਿੱਤਾ ਤਵੀਤ ਧਾਗੇ ਪੰਚਾਂਗ ਪੱਤਰੀਆਂ ਸਾਰਾ ਕੁਝ ਮੰਨਦਾ ਹੁੰਦਾ, ਹੁਣ ਤੱਕ ਤਾਂ ਅਸੀਂ ਕਿਤੇ ਦੇ ਕਿਤੇ ਪਹੁੰਚੇ ਹੁੰਦੇ। ਹਾਲਤ ਇਹ ਹੈ 150 ਕਰੋੜ ਦੇ ਕਰੀਬ ਲੋਕ ਨੇ, ਤੁਸੀਂ ਖੇਡਾਂ 'ਚ ਵੇਖ ਲਓ, ਤੁਸੀਂ ਦੁਨੀਆ ਦੇ ਕਿਸੇ ਹਿੱਸੇ 'ਚ ਵੇਖ ਲਓ, ਕਿਤੇ ਸਟੈਂਡ ਹੀ ਨਹੀਂ ਕਰਦੇ। ਇਹ ਤਾਂ ਹੁਣ
ਵੈਸਟਰਨ ਵਰਲਡ ਨੇ, ਜਿਸ ਦੁਨੀਆ 'ਚ ਅਸੀਂ ਰਹਿ ਰਹੇ ਹਾਂ, ਇਹਨਾਂ ਨੇ ਸਮਾਨ ਵੇਚਣਾ ਉਹਨਾਂ ਨੂੰ ਜਾ ਕੇ, ਮੰਡੀ ਬੜੀ ਵੱਡੀ ਹੈ, ਇਹ ਦੁਨੀਆ ਭਰ ਦੇ 'ਚੋਂ ਕਹਿੰਦੇ ਹੁਣ ਸਮਾਨ ਵੇਚਣਾ, ਉਹ ਉਹਨਾਂ ਤੱਕ ਆਪ ਸਾਰਾ ਕੁਝ ਪਹੁੰਚਦਾ ਕਰ ਰਹੇ ਨੇ। ਨਹੀਂ ਤਾਂ ਅਦਰਵਾਈਜ਼ ਉਸ ਮੁਬਾਲਿਕ ਦੇ ਵਿੱਚ, ਉਸ ਖਿੱਤੇ ਦੇ 'ਚ ਅਸੀਂ ਸਾਰੇ ਆਏ ਹੀ ਹਾਂ। 20 30 40 ਸਾਲ ਹੀ ਪਿੱਛੇ ਚਲੇ ਜਾਓ, ਤੁਹਾਨੂੰ ਪਤਾ ਲੱਗਾ ਕਿਸ ਗੁਰਬਤ ਤੇ ਕਿਸ ਚੀਜ਼ਾਂ 'ਚੋਂ ਨਿਕਲਦੇ ਲੋਕ ਆਏ। ਸੋ ਇੱਥੇ ਪਤਾ ਲੱਗਾ ਇਹ ਸਾਰਾ ਮੋਸਟਲੀ ਦੰਭ ਦਾ ਇੱਕ ਢੰਗ ਆ। ਪਰ ਹਾਂ, ਕਿਉਂਕਿ ਪਰਿਵਾਰਾਂ ਵਿੱਚ ਬਲੀਵ ਰਿਹਾ ਉਹ ਸਾਰਾ, ਤੇ ਕਵੀ ਜੀ ਨੇ ਜੋ ਇੱਥੇ ਬਾਤ ਕੀਤੀ, ਕਿਹਾ ਕਿ ਉਸ ਵਕਤ ਜਿਹੜਾ ਹੈ ਬਾਬਾ ਕਾਲੂ ਜੀ ਨੇ ਉਸ ਨੂੰ ਬੁਲਾਇਆ ਤੇ ਬੁਲਾ ਕੇ ਇਹ ਕਿਹਾ ਕਿ ਮੁਝ ਪਰ ਨਿਜ ਅਨੁਕੰਪਾ ਧਾਰੋ, ਸੋਧ ਮੁਹੂਰਤ ਲਗਨ ਵਿਚਾਰੋ। ਸਾਰੇ ਮੁਹੂਰਤ ਜਿਹੜੇ ਨੇ ਉਹ ਸਾਰੇ ਵਿਚਾਰ, ਭੇਦ ਸੁਭਾ ਸੁਭ ਸਭ ਲਖ ਲੀਜੈ, ਭਉ ਪੱਤਰੀ ਇਸਕੀ ਲਿਖ ਦੀਜੈ। ਇਹਦੀ ਜਿਹੜੀ ਭਉ ਪੱਤਰੀ ਹੈ, ਜਿਹੜੀ ਇਹਦੀ ਜਨਮ ਪੱਤਰੀ ਹੈ, ਉਹ ਸ਼ੁਭ ਅਸ਼ੁਭ ਵਿਚਾਰ ਕੇ ਬਣਾਣੀ ਕਰੋ ਜੀ। ਕੁਮਕ ਕਾਗਦ ਕਾਲੂ ਆਨੋ, ਗਣਪਤ ਪੂਜ ਗ੍ਰਹਿਣ ਸਨਮਾਨੋ। ਜੋ ਬਾਤ ਕਹੀ ਕਵੀ ਜੀ ਨੇ, ਕੁੰਕਮ ਕਾਗਦ ਕਾਲੂ, ਬਾਬਾ ਕਾਲੂ ਜੀ ਨੇ ਜੋ ਕੇਸਰ ਤੇ ਕਾਗਜ਼ ਉਹ ਲਿਆਉਣਾ ਕੀਤਾ, ਕਿਉਂਕਿ ਮੋਸਟਲੀ ਸ਼ਾਹੀ ਜਿਹੜੀ ਹੁੰਦੀ ਸੀ, ਸ਼ਾਹੀ ਕਾਲੇ ਰੰਗ ਦੀ ਹੁੰਦੀ ਹੈ। ਅਤੇ ਆਪ ਨੂੰ ਸ਼ਾਇਦ ਪਤਾ ਹੋਏ, ਕਾਲੇ ਰੰਗ ਨੂੰ ਮੋਸਟਲੀ ਚੰਗਾ ਨਹੀਂ ਸੀ ਮੰਨਿਆ ਜਾਂਦਾ। ਕਾਲੇ ਰੰਗ ਨੂੰ ਮਤਲਬ ਕਹਿ ਲਓ ਨਜ਼ਰ ਬੱਟੂ ਮੰਨਦੇ ਸੀ। ਇਹ ਸਾਰਾ ਕੁਝ ਸ਼ਬਦ ਦੇ ਬਾਬਤ, ਜੇ ਅਸੀਂ ਸ਼ਬਦ ਦੀ ਯਾਤਰਾ ਪੜ੍ਹੋ ਨਾ, ਕਿਸੇ ਦਿਨ ਸਮਾਂ ਬਣਿਆ ਮੈਂ ਗੁਰ ਸ਼ਬਦ ਦੀ ਯਾਤਰਾ ਬਾਰੇ ਗੱਲ ਕਰਾਂਗਾ। ਗੁਰੂ ਮਹਾਰਾਜ ਕਿਸ ਜਗ੍ਹਾ ਤੋਂ ਸਾਨੂੰ ਕੱਢ ਕੇ ਲਿਆਏ, ਜਿਹੜੀਆਂ ਸ਼ਗਨ ਵਾਲੀਆਂ ਚੀਜ਼ਾਂ ਜਾਂ ਚੰਗੀਆਂ ਚੀਜ਼ਾਂ, ਵਿਆਹ ਦੀਆਂ ਚਿੱਠੀਆਂ, ਸਾਏ ਚਿੱਠੀਆਂ ਕੋਈ ਲਿਖਣੀਆਂ ਹੁੰਦੀਆਂ, ਪਤਾ ਲੋਕੀ ਕਾਹਦੇ ਨਾਲ ਲਿਖਦੇ ਹੁੰਦੇ ਸੀ? ਕੇਸਰ ਦੇ ਨਾਲ, ਕੇਸਰ ਘੋਲ ਕੇ। ਕਿਉਂਕਿ ਕੇਸਰ ਨੂੰ ਮੰਨਦੇ ਸੀ ਇਹ ਲਾਲ, ਇਹ ਪਵਿੱਤਰ, ਇਹ ਸ਼ੁਭ ਆ, ਇਹ ਸੂਹਾ ਹੈ, ਇਹ ਰੰਗ ਵਿੱਚ ਇਜ਼ਾਫਾ ਕਰੇਗਾ, ਇਹ ਖੁਸ਼ੀ ਲੈ ਕੇ ਆਵੇਗਾ। ਸੋ ਹੋਇਆ ਕਿ ਕੁੰਕਮ ਕਾਗਦ ਕਾਲੂ ਆਨੋ, ਗਣਪਤ ਪੂਜ ਗ੍ਰਹਿਣ ਸਨਮਾਨੋ। ਉਹਨਾਂ ਨੇ ਗਣਪਤ ਦੀ ਪੂਜਾ ਕੀਤੀ, ਗ੍ਰਹਿ ਨੂੰ ਉਸ ਰੂਪ ਵਿੱਚ ਸਨਮਾਨਿਤ ਕਰਦਿਆਂ ਹੋਇਆਂ, ਭਾਵ ਉਹਨੂੰ ਸਭ ਤੋਂ ਪਹਿਲਾਂ ਧਿਆਇਆ, ਤੇ ਉਸ ਤੋਂ ਬਾਅਦ ਇਹ ਕਾਗਜ਼ ਅਤੇ ਜਿਹੜਾ ਕੇਸਰ ਆ ਇਹ ਲਿਆ ਕੇ ਦੂਜ ਨੂੰ ਬ੍ਰਾਹਮਣ ਨੂੰ ਦੇਣਾ ਕੀਤਾ ਜੀ। ਬਾਲਕ ਸ਼ਬਦ ਲੈ ਜੋ ਜਨਮਾ, ਸੋ ਸ਼ਬਦ ਸੁਣਾਓ ਸਰਬਨਮਾ। ਹੁਣ ਜੋ ਬ੍ਰਾਹਮਣ ਨੇ ਗੱਲ ਕੀਤੀ ਹੈ, ਇਹਦੇ 'ਚ ਇੱਕ ਚੀਜ਼ ਆ, ਨੋ ਡਾਊਟ, ਮੈਂ ਫਿਰ ਬੇਨਤੀ ਕਰ ਦਿੰਦਾ, ਜੋ ਕਵੀ ਜੀ ਸੰਤੋਖ ਸਿੰਘ ਚੂੜਾਮਣੀ ਜੀ ਨੇ, ਕਿਉਂਕਿ ਬੂੜੀਆ ਇਲਾਕੇ 'ਚ ਰਹੇ, ਜਮਨਾ ਕੰਢੇ ਜਿਹੜੀ ਗੰਗਾ ਜਮਨਾ ਸੱਭਿਅਤਾ ਸੀ ਸਾਰੇ ਦੀ ਸਾਰੀ ਬ੍ਰਾਹਮਣੀ ਸੱਭਿਅਤਾ, ਉਹਦਾ ਪ੍ਰਭਾਵ ਪੂਰੀ ਤਰ੍ਹਾਂ ਕਬੂਲ ਗਏ। ਉਹਦਾ ਰੰਗ ਸ਼ਰੇਆਮ ਉਹਨਾਂ ਦੀ ਲਿਖਤ ਸਾਰੀ ਵਿੱਚੋਂ ਮਿਲ ਜਾਂਦਾ। ਪਰ ਇਹ ਵੀ ਸੱਚ ਆ ਕਿ ਜਿਹੜੇ ਗੁਰਮਤਿ ਸਕੂਲ ਦੇ ਕੁਝ ਉਹਦੇ 'ਚ ਅੰਸ਼ ਬੰਸ਼ ਨੇ ਉਹ ਵੀ ਮੌਜੂਦ ਰਹੇ। ਜਿਵੇਂ ਹੁਣ ਆਹ ਚੀਜ਼ ਹੈ, ਇਹ ਮੋਸਟਲੀ ਜਨਮ ਸਾਖੀਆਂ 'ਚ ਸਾਨੂੰ ਵੇਰਵਾ ਮਿਲਿਆ ਹੈ। ਜਦੋਂ ਬ੍ਰਾਹਮਣ ਦਵਿਜ ਆਇਆ ਤੇ ਦਵਿਜ ਨੂੰ ਆ ਕੇ ਸਭ ਤੋਂ ਪਹਿਲਾਂ ਦਾਈ ਕੋਲੋਂ ਨੇ ਪੁੱਛਿਆ ਵੀ ਕੋਈ ਸ਼ਬਦ ਵੀ ਲੈ ਕੇ ਆਇਆ ਨਾਲ। ਹੁਣ ਇਹ ਸ਼ਬਦ ਦਾ ਸੰਕਲਪ ਪਹਿਲੀ ਵਾਰੀ ਹੋਣ ਲੱਗਾ, ਕਿਉਂਕਿ ਗੁਰੂ ਨਾਨਕ ਸਾਹਿਬ ਇੱਕ ਸਰੀਰ ਦਾ ਇਕੱਲਾ ਰੂਪ ਨਹੀਂਗਾ, ਗੁਰੂ ਨਾਨਕ ਸਾਹਿਬ ਸ਼ਬਦ ਦਾ ਰੂਪ ਹੈ। ਇਹਨੂੰ ਅਸੀਂ ਪਾ ਬਾਣੀ ਦਾ ਚੋਲਾ ਬਾਬੇ ਰੂਪ ਵਟਾਇਆ ਕੈਸਾ, ਇਹ ਬਾਬੇ ਦਾ ਰੂਪ, ਬਾਣੀ ਦੇ ਚੋਗੇ ਦਾ ਰੂਪ ਆ। ਸੋ ਇੱਥੇ ਬਾਤ ਹੋਈ, ਕਹਿੰਦੇ ਨੇ ਪਾਂਧੇ ਹਰਦਾਸ ਨੇ ਪੁੱਛਿਆ, ਬਾਲਕ ਸ਼ਬਦ ਲੈ ਜੋ ਜਨਮਾ, ਮੈਨੂੰ ਉਹ ਦੱਸੋ ਕਿ ਇਹ ਬਾਲਕ ਕਿਹੜੇ ਸ਼ਬਦ ਦੇ ਨਾਲ ਜਨਮ ਲਿਆ, ਕਿਹੜਾ ਸ਼ਬਦ ਲੈ ਕੇ ਆਇਆ ਹੈ। ਸੋ ਸ਼ਬਦ ਸੁਣਾਵੋ ਸਰਵਨਾ, ਮੇਰੇ ਸਰਵਨਾਂ ਦੇ ਵਿੱਚ ਉਹੋ ਹੀ ਸ਼ਬਦ ਤੁਸੀਂ ਲਿਆ ਕੇ ਪਾਉਣਾ ਕਰੋ ਜੀ। ਭਇਓ ਕਾਲ ਕਿਸ ਜਨਮ ਸੁਨਾਵੋ, ਬੂਝੋ ਤਾਏ ਹਜੂਰ ਬੁਲਾਵੋ। ਜਾਓ, ਜੋ ਹਜ਼ੂਰ ਹਾਜ਼ਰੀ ਦੇ ਵਿੱਚ ਸੀ, ਹਾਜ਼ਰੀ 'ਚ ਕੌਣ ਸੀ? ਦਾਈ। ਉਸ ਦਾਈ ਨੂੰ ਬੁਲਾ ਕੇ ਲਿਆਓ। ਉਸ ਦਾਈ ਤੋਂ ਮੈਂ ਪੁੱਛਣਾ ਕਰਨਾ ਚਾਹੁੰਦਾ, ਭਇਓ ਕਾਲ ਕਿਸ ਜਨਮ ਸੁਣਾਵੋ। ਆਖਿਰਕਾਰ ਜਿਸ ਕਾਲ, ਜਿਸ ਸਮੇਂ ਦੇ ਵਿੱਚ ਇਸ ਬੱਚੇ ਨੇ ਜਨਮ ਧਾਰਿਆ ਹੈ, ਮੈਨੂੰ ਉਸ ਸਾਰੇ ਜਨਮ ਦਾ ਵੇਰਵਾ, ਉਸ ਸਾਰੇ ਦੇ ਬਾਬਤ ਮੈਨੂੰ ਜੋ ਹੈ ਦਾਈ ਕੋਲੋਂ ਪੁੱਛ-ਗਿੱਛ ਪੜਤਾਲ ਕਰਨੀ ਹੈ ਜੀ। ਸ੍ਰੀ ਨਾਨਕ ਕੀ ਦੌਲਤ ਦਾਈ, ਸੋ ਕਾਲੂ ਤਤਕਾਲ ਬੁਲਾਈ। ਬਾਬਾ ਕਾਲੂ ਜੀ ਨੇ ਦੇਰ ਲਾਈ ਕੋਈ ਨਹੀਂ, ਉਹਨਾਂ ਨੇ ਰਾਈਟ ਵੇ ਦਾਈ ਦੌਲਤਾਂ ਨੂੰ ਬੁਲਾਇਆ। ਜੇ ਅੱਜ ਸਮਾਂ ਬਣਿਆ, ਅੱਜ ਥੋੜ੍ਹੀ ਬਾਤ ਕਰਾਂਗੇ, ਅਦਰਵਾਈਜ਼ ਬਾਅਦ ਵਿੱਚ। ਦਾਈ ਦੌਲਤਾਂ ਇੱਕ ਕਮਾਲ ਦਾ ਕਰੈਕਟਰ ਹੈ ਤਲਵੰਡੀ ਦੇ ਉਸ ਗਿਰਾਂ ਦੇ ਵਿੱਚ। ਜਿਸ ਹਸਤੀ ਨੇ ਪਹਿਲੀ ਵਾਰੀ ਧੰਨ ਗੁਰੂ ਨਾਨਕ ਮਹਾਰਾਜ ਨੂੰ ਆਪਣੀਆਂ ਅੱਖਾਂ ਨਾਲ ਤੱਕਣਾ ਹੈ, ਰਾਈਟਿੰਗ ਸਾਡੀਆਂ ਦੱਸਦੀਆਂ ਨੇ, ਇਹ ਉਹ ਹਸਤੀ ਹੈ ਜਿਸ ਨੇ ਗੁਰੂ ਨਾਨਕ ਮਹਾਰਾਜ ਨੂੰ ਤੱਕ ਕੇ ਬਾਬਾ ਕਾਲੂ ਜੀ ਨੂੰ ਇਹ ਗੱਲ ਕਹੀ ਸੀ ਵੀ ਬਾਬਾ ਕਾਲੂ, ਇੰਜ ਲੱਗਦਾ ਹੈ ਖੁਦਾਈ ਦਾ ਨੂਰ ਤੇਰੇ ਘਰ ਆ ਗਿਆ ਹੈ। ਇਹਦਾ ਵੇਰਵਾ ਇੱਥੇ ਵੀ ਥੋੜ੍ਹਾ ਜਿਹਾ ਮਿਲੇਗਾ ਸਾਨੂੰ ਅੱਗੇ ਜਾ ਕੇ। ਇਹ ਦਾਈ ਦੌਲਤਾਂ ਹੈ। ਖੈਰ, ਸ਼੍ਰੀ ਨਾਨਕ ਜੀ, ਸ਼੍ਰੀ ਨਾਨਕ ਕੀ ਦੌਲਤ ਦਾਈ, ਤੇ ਵਾਕਿਆ 'ਚ ਇਹ
ਦੁਨੀਆ ਦੀ ਸਭ ਤੋਂ ਦੌਲਤਮੰਦ ਹਸਤੀ ਹੈ ਜਿਹਨੇ ਗੁਰੂ ਨਾਨਕ ਮਹਾਰਾਜ ਦੇ ਦਰਸ਼ਨ ਦੀ ਦੌਲਤ ਪ੍ਰਾਪਤ ਕੀਤੀ। ਕਿਆ ਸ਼੍ਰੀ ਨਾਨਕ ਕੀ ਦੌਲਤ ਦਾਈ ਸੋ ਕਾਲੂ ਤਤਕਾਲ ਬੁਲਾਈ। ਬਾਬਾ ਕਾਲੂ ਜੀ ਨੇ ਬਿਨਾਂ ਦੇਰੀ ਤੋਂ ਦਾਈ ਦੌਲਤਾਂ ਨੂੰ ਆਵਾਜ਼ ਲਗਾਈ ਜੀ। ਪਠੇ ਦਾਸ ਸਭ ਸੋਜ ਮਗਾਈ ਜੋ ਜੋ ਦਿਜ ਬਰ ਦੀਨ ਰਜਾਈ। ਉਹ ਸਾਰੀਆਂ ਚੀਜ਼ਾਂ ਵੀ ਲੈ ਆਂਦੀਆਂ ਜਿਹੜੀਆਂ ਜਿਹੜੀਆਂ ਦਿਜਬਰ ਨੇ ਬ੍ਰਾਹਮਣ ਨੇ ਮੰਗਾਉਣੀਆਂ ਸੀ, ਕਿਉਂਕਿ ਉਸ ਖਾਸ ਮੌਕੇ ਦੇ ਉੱਤੇ ਉਸਨੇ ਸਾਰੀ ਪੂਜਾ ਅਰਚਨਾ ਦੀ ਸਮੱਗਰੀ ਤੇ ਜੋ ਹੋਰ ਸਾਜੋ ਸਮਾਨ ਚਾਹੀਦਾ ਸੀਗਾ ਉਹ ਗਾਲਬਨ ਸਾਰੇ ਦਾ ਸਾਰਾ ਹੀ ਬਾਬਾ ਕਾਲੂ ਜੀ ਨੇ ਉਸੇ ਵਕਤ ਹੀ ਮੰਗਵਾਣਾ ਕਰ ਲਿਆ ਜੀ। ਗ੍ਰਹਿ ਵਿਵੇਕ ਕੀ ਵਸਤ ਸਭ ਕਾਲੂ ਤਹਤੇ ਲਿਆਏ। ਗ੍ਰਹਿ ਪੂਜਨ ਵਾਸਤੇ ਜਿੰਨੀਆਂ ਸਾਰੀਆਂ ਵਸਤਾਂ ਚਾਹੀਦੀਆਂ ਸੀ ਬਾਬਾ ਕਾਲੂ ਜੀ ਨੇ ਮੰਗਾ ਲਈਆਂ, ਕਿਉਂਕਿ ਇਹ ਆਮ ਰਾਏ ਹੁੰਦੀ ਸੀ ਕਿ ਜਦੋਂ ਘਰ ਦੇ ਵਿੱਚ ਕਿਸ ਕਿਸਮ ਦੀ ਬਾਤ ਹੋਣੀ ਹੈ ਉਹਦੇ ਲਈ ਪੂਜਾ ਤੋਂ ਬਾਅਦ ਸ਼ੁਰੂ ਹੋਣੀ ਹੈ। ਇਸ ਤਰ੍ਹਾਂ ਜਾਣੋ ਸਾਡੇ ਕਿਉਂਕਿ ਅਸੀਂ ਸ਼ਬਦ ਗੁਰੂ ਦੀ ਆਸਥਾ 'ਚ ਰਹਿੰਦੇ ਹਾਂ, ਸਾਡੇ 4 ਮੁੱਖ ਸੰਸਕਾਰ ਮੰਨੇ ਗਏ ਨੇ। ਪਹਿਲਾ ਸੰਸਕਾਰ ਹੈ ਜਨਮ ਸੰਸਕਾਰ, ਦੂਸਰਾ ਸੰਸਕਾਰ ਹੈ ਸਾਡਾ ਜਿਹਨੂੰ ਅਸੀਂ ਅੰਮ੍ਰਿਤ ਸੰਸਕਾਰ ਕਹਿੰਦੇ ਹਾਂ, ਗੁਰੂ ਨਾਲ ਰਿਲੇਸ਼ਨਸ਼ਿਪ ਬਿਲਡ ਕਰਨ ਦਾ, ਖੰਡੇ ਬਾਟੇ ਦੀ ਪਹੁਲ ਲੈਣ ਦਾ। ਤੀਸਰਾ ਸੰਸਕਾਰ ਹੈ ਸਾਡਾ ਵਿਆਹ ਸੰਸਕਾਰ ਤੇ ਚੌਥਾ ਸੰਸਕਾਰ ਹੈ ਮ੍ਰਿਤਕ ਸੰਸਕਾਰ। 4 ਸੰਸਕਾਰਾਂ ਦਾ ਸਾਡੇ ਰਹਿਤਨਾਮਿਆਂ 'ਚ ਜ਼ਿਕਰ ਹੈ। ਫਿਰ ਕੁਝ ਸਾਡੇ ਇਹਦੇ ਨਾਲ ਦੀ ਨਾਲ ਕਹਿੰਦੇ ਨੇ ਅਲਪ ਸੰਸਕਾਰ, ਜਿਨ੍ਹਾਂ ਨੂੰ ਅਸੀਂ ਕਹਿ ਲਈਏ ਕਿ ਸਾਡੇ ਸਬ ਕਸਟਮਸ ਨੇ ਜਿਹੜੇ ਮੋਸਟਲੀ ਅਸੀਂ ਭੁਲਾ ਦਿੱਤੇ ਨੇ। ਮੈਂ ਜਦੋਂ ਫੋਕਲੋਰ ਪੜ੍ਹਦਾ ਜਾਂ ਕੁਝ ਪੁਰਾਣੇ ਰਹਿਤਨਾਮੇ ਪੜ੍ਹਦਾ ਉਹਨਾਂ ਤੋਂ ਬਿਨਾਂ ਮੈਨੂੰ ਆਮ ਜੀਵਨ 'ਚ ਨਜ਼ਰੇ ਆਵਤਾ ਨਹੀਂ ਆਉਂਦੀ। ਅਸੀਂ ਮੋਸਟਲੀ ਉਹਦੀ ਕੋਈ ਐਕਸਰਸਾਈਜ਼ ਨਹੀਂ ਕਰਦੇ। ਜਿਹੜਾ ਇੱਕ ਸੰਸਕਾਰ ਜਨਮ ਸੰਸਕਾਰ ਤੋਂ ਬਾਅਦ ਬੱਚਿਆਂ ਨਾਲ ਕੀਤਾ ਜਾਂਦਾ ਸੀ ਉਹ ਹੁੰਦਾ ਸੀ ਚਰਨੀ ਲੱਗਣਾ। ਜਦੋਂ ਬੱਚੇ ਨੇ ਗੁਰਮੁਖੀ ਅੱਖਰਾਂ ਦੀ ਪਹਿਚਾਨ ਪ੍ਰਾਪਤ ਕਰ ਲਈ, ਗੁਰਮੁਖੀ ਅੱਖਰ ਬੱਚੇ ਨੂੰ ਪਹਿਚਾਨਣੇ ਆ ਗਏ, ਮਾਂ ਬਾਪ ਦੇਗ ਬਣਾ ਕੇ ਗੁਰੂ ਕੇ ਹਜ਼ੂਰ ਹਾਜ਼ਰ ਹੁੰਦੇ ਸੀ ਬੱਚੇ ਨੂੰ ਲੈ ਕੇ, ਤੇ ਬਕਾਇਦਾ ਤੌਰ 'ਤੇ ਅਰਦਾਸ ਹੁੰਦੀ ਸੀ ਤੇ ਅਰਦਾਸ ਕਰਕੇ ਬੱਚੇ ਨੂੰ ਗੁਰਬਾਣੀ ਦੀ ਸੰਥਿਆ ਨਾਲ ਜੋੜਿਆ ਜਾਂਦਾ ਸੀ। ਇਹਨੂੰ ਕਹਿੰਦੇ ਸੀ ਚਰਨੀ ਲੱਗਣਾ। ਚਰਨੀ ਲੱਗ ਗਿਆ ਜੀ। ਇੱਥੇ ਫਿਰ ਉਹਦੀ ਪਹਿਲਾਂ 5 ਗ੍ਰੰਥੀ ਮਤਲਬ ਉਹ ਪੜ੍ਹਾਈ ਜਾਂਦੀ ਸੀ, ਫਿਰ ਹੌਲੀ ਹੌਲੀ ਕਰਕੇ ਪੂਰੇ ਮਹਾਰਾਜ ਦੇ ਸਰੂਪ ਦੀ ਉਹਦੀ ਸੰਥਿਆ ਦਿੱਤੀ ਜਾਂਦੀ ਸੀਗੀ। ਉਹ ਜੀਵਨ ਯਾਪਨ ਇਸ ਰੂਪ ਵਿੱਚ ਚੱਲਿਆ ਕਿ ਅਲਟੀਮੇਟਲੀ ਇਹਦੇ ਬਾਬਤ ਹੁਣ ਬੰਦਿਆਂ ਦੇ ਵਿੱਚ ਕਹਿ ਲਓ ਕਿ ਨਾ ਖਾਸ਼ ਰਹਿ ਗਈ ਨਾ ਰਾਏ ਰਹਿ ਗਈ। ਪਰ ਹਾਂ ਇਹੋ ਜਿਹੀਆਂ ਚੀਜ਼ਾਂ ਤੁਹਾਨੂੰ ਕੁਝ ਕਮਿਊਨਿਟੀਜ਼ ਅਜੇ ਵੀ ਮਿਲ ਜਾਂਦੀਆਂ ਨੇ। ਉਹਨਾਂ 'ਚ ਇੱਕ ਕਮਿਊਨਿਟੀ ਹੈ ਜਿਹਨੂੰ ਅਸੀਂ ਯਹੂਦੀ ਕਹਿੰਦੇ ਹਾਂ, ਜਿਊਜ਼ ਦੇ ਵਿੱਚ। ਸਾਡੀ ਭਾਸ਼ਾ ਗੁਰਮੁਖੀ ਹੈ। ਗਾਲਬਨ ਸਾਡੀ ਕੈਨੇਡੀਅਨ ਜਿਹੜੀ ਕਹਿ ਲਓ ਕਿ 2nd ਜਨਰੇਸ਼ਨ ਆ ਜਿਹੜੀ ਇੱਥੇ ਅਸੀਂ ਦੇਖ ਰਹੇ ਹਾਂ, ਉਹ ਇਸ ਗੱਲੋਂ ਬਿਲਕੁਲ ਅਨਪੜ੍ਹ ਹੋ ਗਈ, ਅਮੂੜ ਹੋ ਗਈ ਹੈ। ਬਹੁਤ ਰੇਅਰਲੀ ਤੁਹਾਨੂੰ ਬੱਚੇ ਮਿਲਣਗੇ ਜਿਹੜੇ ਗੁਰਮੁਖੀ ਅੱਖਰਾਂ ਨੂੰ ਪ੍ਰੋਪਰ ਜਿਹੜਾ ਪੜ੍ਹ ਲੈਂਦੇ ਨੇ ਤੇ ਉਹਨਾਂ ਦਾ ਉਚਾਰਨ ਤੇ ਸਮਝ ਰੱਖਦੇ ਨੇ ਥੋੜ੍ਹੀ ਬਹੁਤੀ। ਅਦਰਵਾਈਜ਼ ਉਹ ਗਾਲਬਨ ਛੱਡ ਦਿੱਤੀ। ਕਿਉਂ? ਲੋੜ ਹੀ ਨਹੀਂ। ਕਿਉਂਕਿ ਭਾਸ਼ਾ ਉਹੀ ਪੜ੍ਹਨ ਦੀ ਲੋੜ ਆ ਜਿਹੜੀ ਬਾਜ਼ਾਰ ਦੀ ਭਾਸ਼ਾ ਹੈ, ਕਾਰੋਬਾਰ ਦੀ ਭਾਸ਼ਾ ਹੈ, ਰੁਜ਼ਗਾਰ ਦੀ ਭਾਸ਼ਾ ਹੈ, ਮਾਣ ਸਤਿਕਾਰ ਦੀ ਭਾਸ਼ਾ। ਉਹ ਭਾਸ਼ਾ ਪੜ੍ਹੋ, ਦੂਜੀ ਭਾਸ਼ਾ ਪੜ੍ਹ ਕੇ ਕੀ ਕਰਨਾ। ਸੋ ਇਹ ਜਿਹੜਾ ਰਵੱਈਆ ਬੰਦੇ ਨੇ ਅਪਣਾ ਲਿਆ, ਹਕੀਕਤ ਦੇ ਵਿੱਚ ਇਹ ਹੋਈ ਜਾ ਰਿਹਾ ਦੁਨੀਆ ਪੱਧਰ 'ਤੇ ਇੱਕੋ ਹੀ ਭਾਸ਼ਾ, ਬਸ ਅੰਗਰੇਜ਼ੀ ਪੜ੍ਹ ਲਓ, ਇਹਦੇ ਨਾਲ ਹੀ ਸਾਰਾ ਕੁਝ ਹੋ ਜਾਣਾ। ਇਹ ਜ਼ਰੂਰੀ ਹੈ। ਬਾਜ਼ਾਰ ਇਹਦੇ ਨਾਲ ਚੱਲਦਾ, ਕਾਰੋਬਾਰ ਇਹਦੇ ਨਾਲ ਚੱਲਦਾ, ਰੁਜ਼ਗਾਰ ਇਹਦੇ ਨਾਲ ਚੱਲਦਾ। ਪਰ ਜਿਨ੍ਹਾਂ ਚੀਜ਼ਾਂ ਨੇ ਤੁਹਾਨੂੰ ਸੰਸਕਾਰ ਦੇਣੇ ਨੇ, ਜਿਨ੍ਹਾਂ ਚੀਜ਼ਾਂ 'ਚੋਂ ਤੁਹਾਡੀ ਵਿਰਾਸਤ ਬਾਰੇ ਤੁਹਾਨੂੰ ਪਤਾ ਲੱਗਣਾ ਆ, ਕਦੀ ਉਹਨੂੰ ਵੀ ਪੜ੍ਹੋ, ਉਹਨੂੰ ਵੀ ਜਾਣੋ, ਉਹਨੂੰ ਵੀ ਸਮਝੋ। ਜਿਹੜੀ ਗੁਰਮੁਖੀ ਗੁਰੂ ਅੰਗਦ ਮਹਾਰਾਜ ਨੇ ਜਿਹਨੂੰ ਮੋਡੀਫਿਕੇਸ਼ਨ 'ਚ ਲਿਆਂਦਾ, ਉਹਦੀ ਸਹੀ ਰੂਪ ਵਿੱਚ ਉਹਨੂੰ ਕਹਿ ਲਓ ਉਹਦੇ ਪਾਇਨੀਰ ਬਣੇ, ਉਹਨੂੰ ਘੜਿਆ ਬਣਾਇਆ, ਸਾਡੇ ਤੱਕ ਪਹੁੰਚਾਇਆ। ਕੋਈ 400 ਸਵਾ 400 450 ਸਾਲ ਪਹਿਲਾਂ ਇਹ ਲੈਂਗੁਏਜ ਬਿਲਕੁਲ ਕਹਿ ਲਓ ਮਾਡਰਨ ਵੇ ਦੇ ਨਾਲ ਬੜੀ ਅੱਜ ਦੀ ਸਫ ਦੇ ਵਿੱਚ ਉਤਰੀ ਹੈ। ਉਹ ਅਸੀਂ ਭੁਲਾਈ ਬੈਠੇ ਹਾਂ। ਜੇ ਅਸੀਂ ਜਿਊਜ਼ ਦੀ ਗੱਲ ਕਰੀਏ, ਉਹਨਾਂ ਦੀ ਹੀਬਰੂ ਲੈਂਗੁਏਜ ਆ, ਸੰਸਕ੍ਰਿਤ ਤੋਂ ਪੁਰਾਣੀ ਭਾਸ਼ਾ ਆ, ਅਤੇ ਉਹਨਾਂ ਦੇ ਛੋਟੇ ਛੋਟੇ ਬੱਚੇ ਆ ਪਾਣੀ ਵਾਂਗੂ ਪੜ੍ਹਦੇ ਨੇ। ਤੁਸੀਂ ਦੇਖੋ ਤੇ ਮੈਂ ਹੁਣ ਤਾਂ ਗਾਲਬਨ ਟਰੈਵਲਿੰਗ ਮੇਰੀ ਘਟੀ ਹੈ, ਅਦਰਵਾਈਜ਼ ਮੈਂ ਬਹੁਤ ਟਰੈਵਲ ਕਰਦਾ ਹੁੰਦਾ ਸੀ। ਅਤੇ ਅਰਲੀ ਮੋਰਨਿੰਗ ਮੰਡੇ ਮੋਸਟਲੀ ਫਲਾਈਟ ਲਿਆ ਕਰਨੀ ਕਿਤੇ ਜਾਣ ਆਉਣ ਵਾਸਤੇ। ਅਤੇ ਉਹਦੇ ਲਈ ਹੋਣਾ ਇਹ ਕਿ ਜਦੋਂ ਮੰਡੇ ਅਰਲੀ ਮੋਰਨਿੰਗ ਦੀ ਫਲਾਈਟਸ ਵਿੱਚ ਵੱਡਾ ਹਿੱਸਾ ਜਿਹੜਾ ਸੀਗਾ ਉਹਦੇ 'ਚ ਜਿਊਜ਼ ਟਰੈਵਲਰਸ ਹੁੰਦੇ ਸੀ। ਯੰਗ ਮੈਂ ਨੌਜਵਾਨ ਬੱਚੇ, ਕਿਉਂਕਿ ਉਹਨਾਂ ਦੀ ਪਹਿਚਾਣ ਵੱਖਰੀ ਆ ਜਾਂਦੀ, ਟੋਪੀ ਸਿਰ 'ਤੇ ਪਾਈ, ਉਹਨਾਂ ਇਸ ਤਰੀਕੇ ਨਾਲ ਵਾਲਾਂ ਦੀਆਂ ਜਿਹੜੀਆਂ ਨੇ ਉਹ ਥੱਲੇ ਲਟਾਂ ਦੀਆਂ ਛੱਡੀਆਂ ਹੁੰਦੀਆਂ ਸੀਗੀਆਂ। ਅਤੇ ਤੁਸੀਂ ਦੇਖੋ ਅੱਜ ਕੱਲ੍ਹ ਡਿਵਾਈਸਿਸ ਆ ਗਏ, ਨਹੀਂ ਤਾਂ 10 15 20 ਸਾਲ ਪਿੱਛੇ ਚਲੇ ਜਾਓ ਅਤੇ ਮੋਸਟਲੀ ਬੁੱਕਸ ਫੜ ਕੇ ਉਹ ਇਸ ਤਰੀਕੇ ਨਾਲ ਪੜ੍ਹਦੇ ਹੁੰਦੇ ਸੀ। ਜੇ ਧਿਆਨ ਨਾਲ ਦੇਖੋ ਤਾਂ ਪ੍ਰੇਅਰ ਬੁੱਕਸ ਹੀਬਰੂ ਪੜ੍ਹ ਰਹੇ ਨੇ। ਸੋ ਇਹ ਆਮ ਉਹਨਾਂ ਦਾ ਜੀਵਨ ਯਾਪਨ ਉਸ ਰੂਪ ਦੇ ਵਿੱਚ, ਪਰ ਇਹ ਸਾਡੇ ਘਰੋਂ ਇਹ ਚੱਲਣ ਚਲਾ ਗਿਆ। ਸਾਡਾ ਪ੍ਰੋਪਰ ਸੰਸਕਾਰ ਸੀਗਾ। ਸੋ ਇਸ ਤਰੀਕੇ ਦੇ ਕੁਝ ਸਭ ਕਸਟਮਸ ਵੀ ਅਸੀਂ ਕਰਦੇ ਸੀਗੇ। ਟੂਕ ਮਾਤਰ ਜਿਹੜੀ ਬੇਨਤੀ ਕਰ ਰਿਹਾ ਕਿ ਕੋਈ ਵੀ ਸੰਸਕਾਰ ਆ
ਜੇ ਉਹਦੇ ਪਿੱਛੇ ਕੋਈ ਬਹੁਤ ਉਮਦਾ ਆਈਡੀਆ ਹੈ, ਉਹਨੂੰ ਕਿਉਂ ਤਿਆਗਣਾ, ਕਿਉਂ ਛੱਡਣਾ। ਹੁਣ ਸਾਡੇ ਜਨਮ ਸੰਸਕਾਰ ਆ, ਇਹਦੇ ਵਿੱਚ ਬੱਚੇ ਹੋਣ ਤੋਂ ਬਾਅਦ ਗੁਰੂ ਮਹਾਰਾਜ ਦੇ ਹਜ਼ੂਰ ਆਉਣਾ ਆ ਕੇ ਅਰਦਾਸ ਕਰਨੀ, ਹੁਕਮਨਾਮਾ ਲੈਣਾ। ਹੁਕਮਨਾਮੇ ਦਾ ਜਿਹੜਾ ਪਹਿਲਾ ਅੱਖਰ ਆਇਆ ਉਹਦੇ ਮੁਤਾਬਕ ਆਈਦਰ ਤਾਬਿਆਂ ਬੈਠੇ ਸਿੰਘ ਨੇ ਉਸੇ ਵਕਤ ਹੀ ਉਹਨੂੰ ਨਾਂ ਜਿਹੜਾ ਪੁੱਛ ਕੇ ਉਹਨੂੰ ਪਰਿਵਾਰ ਤੋਂ ਉੱਥੇ ਜਕਾਰਾ ਛੱਡ ਦੇਣਾ, ਨਹੀਂ ਤੇ ਅੱਖਰ ਲੈ ਕੇ ਘਰੇ ਲੈ ਗਏ ਤੇ ਘਰੋਂ ਜਿਹੜਾ ਹੈ ਉਹ ਅੱਖਰ ਉਸ ਰੂਪ ਵਿੱਚ ਨਾਮ ਉਹਦਾ ਪ੍ਰਾਪਤ ਜਿਹੜਾ ਹੈਗਾ ਉਹ ਉਸ ਤਰੀਕੇ ਨਾਲ ਛਾਂਟ ਕੇ ਮਹਾਰਾਜ ਦੇ ਹਜ਼ੂਰ ਆ ਕੇ ਜਕਾਰਾ ਛੱਡ ਕੇ ਤੇ ਕਿਆ ਆ ਨਾਮ ਰੱਖ ਦਿੱਤਾ ਬੱਚੇ ਦਾ। ਪਰ ਹੁਣ ਦੇਖੋ ਇੱਕ ਵੱਡਾ ਹਿੱਸਾ ਜਿਹੜਾ ਇਸ ਚੀਜ਼ ਨੂੰ ਵੀ ਛੱਡੀ ਜਾ ਰਿਹਾ। ਉਹ ਕਹਿੰਦਾ ਲੋੜ ਹੀ ਨਹੀਂ, ਕਹਿੰਦੇ ਬਲਕਿ ਨਾ ਉਹ ਕਈ ਵਾਰੀ ਮਾਫੀ ਮੰਗਾਂਗਾ। ਮੈਨੂੰ ਇੱਥੋਂ ਤੱਕ ਵੀ ਲੋਕਾਂ ਨੇ ਕਿਹਾ ਉਹ ਕਈ ਵਾਰੀ ਭਾਈ ਸਾਹਿਬ ਅੱਖਰ ਫਿਰ ਇੱਧਰ ਉੱਧਰ ਦਾ ਆ ਜਾਂਦਾ, ਫਿਰ ਉਵੇਂ ਨਾਂ ਨਹੀਂ ਰੱਖਣਾ ਹੁੰਦਾ, ਫਿਰ ਚੰਗਾ ਨਹੀਂ ਲੱਗਦਾ। ਇਸ ਕਰਕੇ ਮਤਲਬ ਵੀ ਨਾਮ ਇਸ ਅੱਖਰ ਨਾਲ ਨਾ ਹੋਏਗਾ, ਉਸ ਅੱਖਰ ਨਾਲ ਹੋਏਗਾ। ਬੰਦੇ ਦੀ ਸ਼ਖਸੀਅਤ ਨੇ ਉਹਨੂੰ ਉਸਾਰਨਾ ਆ, ਨਾਮ ਤੇ ਸਿਰਫ ਉਹਦੀ ਆਈਡੈਂਟੀਟੀ ਬਣੇਗਾ। ਤੇ ਜਿਹੜਾ ਬੰਦੇ ਦੀ ਸ਼ਖਸੀਅਤ ਆ, ਸਪੋਜ਼ ਕਰੋ ਅੱਜ ਅਸੀਂ ਆਪਣੀ ਵਿਰਾਸਤ 'ਚੋਂ ਕਈ ਵਾਰੀ ਨਾਮ ਕਹਿੰਦੇ ਲੱਭ ਕੇ ਰੱਖਣੇ ਚਾਹੀਦੇ ਨੇ, ਕਹਿੰਦੇ ਵਿਰਾਸਤ 'ਚੋਂ ਨਾਂ ਲੈ। ਕੋਈ ਕਿਸੇ ਨੂੰ ਕਹੇ ਵੀ ਤੇਰਾ ਨਾਂ ਗੰਡਾ ਸਿੰਘ, ਗੰਡਾ ਸਿੰਘ ਵੀ ਕੋਈ ਨਾਂ ਹੁੰਦਾ? ਭਲਿਓ ਤਵਾਰੀਖ ਪੜ੍ਹ ਕੇ ਤੇ ਦੇਖੋ, ਗੰਡਾ ਸਿੰਘ ਏਡੇ ਵੱਡੇ ਹਿਸਟੋਰੀਅਨ, ਤੁਸੀਂ ਦੇਖੋ ਉਹਨਾਂ ਦੇ ਨਾਮ ਦੀ ਹਸਤੀ। ਮਤਲਬ ਐਸੀ ਬੰਦੇ ਦੀ ਪਰਸਨੈਲਿਟੀ ਉਸ ਨਾਮ ਦੀ ਸ਼ੋਭਾ ਵਧਾ ਦਿੰਦੀ ਹੈ, ਉਸ ਨਾਮ ਨੂੰ ਇੱਕ ਵੱਡੇ ਪੱਧਰ 'ਤੇ ਲੈ ਆਉਂਦੀ ਹੈ ਉਸ ਰੂਪ ਦੇ ਵਿੱਚ। ਕੌਰ ਸਿੰਘ ਸਾਡੇ ਬਹੁਤ ਜਿਹੜਾ ਹੈਗਾ ਜੰਮੂ ਕਸ਼ਮੀਰ ਤੋਂ ਇੱਕ ਨਾਮਵਰ ਸਕਾਲਰ ਹੋਏ, ਪਹਿਲਾ ਤੁਕ ਤਤਕਰਾ ਲਿਖਿਆ ਗੁਰੂ ਗ੍ਰੰਥ ਸਾਹਿਬ ਦਾ ਉਹਨਾਂ ਨੇ। ਕੌਰ ਸਿੰਘ, ਉਹਨਾਂ ਦੇ ਬਾਬਤ ਸ਼ੁਰੂ 'ਚ ਪਤਾ ਲੱਗਦਾ ਲੋਕੀ ਉਹਨੂੰ ਕੌਰ ਕਹਿੰਦੇ ਨਹੀਂ ਸੀ, ਕੌਰਾ ਕੌਰਾ ਕਹਿੰਦੇ ਸੀ। ਜਦੋਂ ਹਸਤੀ ਘੜੀ ਗਈ ਕਹਿਣ ਲੱਗੇ ਕੌਰ ਸਿੰਘ ਵਰਗਾ ਕੌਣ ਹੋ ਸਕਦਾ। ਮਤਲਬ ਨਾਮ ਹਰ ਇੱਕ ਜਿਹੜਾ ਆ ਉਹ ਤੁਹਾਡੀ ਸ਼ਖਸੀਅਤ ਦੀ ਉਸਾਰੀ ਵਿੱਚੋਂ ਨਿਕਲਦਾ। ਸੰਸਕਾਰ ਛੱਡ ਦੇਣੇ ਵੀ ਨਾਮ ਐਵੇਂ ਦਾ ਇਸ ਰੂਪ ਵਿੱਚ ਨਾ ਪਾਈ, ਆਪਣੀ ਵਿਰਾਸਤ ਨੂੰ ਫੋਲੋ ਕਰਨਾ। ਜੋ ਕਵੀ ਜੀ ਨੇ ਬਾਤ ਕੀਤੀ ਕਿ ਗ੍ਰਹਿ ਭੇਖਕ ਕੀ ਵਸਤ ਸਭ ਕਾਲੂ ਤਹਿ ਤੇ ਲਿਆਏ, ਉਸੇ ਵਕਤ ਹੀ ਬਾਬਾ ਕਾਲੂ ਜੀ ਨੇ ਜੋ ਪੂਜਾ ਅਰਚਨਾ ਦੀ ਸਮੱਗਰੀ ਮੰਗਾਈ ਸੀਗੀ, ਬ੍ਰਾਹਮਣ ਨੇ ਸਾਰੀ ਲਿਆਉਣੀ ਕੀਤੀ ਜੀ। ਬਹਰੋ ਬੈਸਿਓ ਪਾਸ ਵਿਪ ਬਦਨੇ ਬਚਨ ਅਲਾਏ। ਫਿਰ ਬ੍ਰਾਹਮਣ ਦੇ ਪਾਸ ਬੈਠ ਕੇ ਉਹਨਾਂ ਨੇ ਇਹੋ ਜਿਹੇ ਬਚਨ ਕਹਿਣੇ ਕੀਤੇ ਜੀ। ਘਟੀ ਏਕ ਦੋ ਜਾਮ ਤਰਜਾਮਾ ਤਿਤੀ ਹੁਤੀ ਸਿਸ ਭਵ ਭਵ ਰਾਮਾ। ਹੁਣ ਉਸ ਐਗਜ਼ੈਕਟ ਸਮੇਂ ਨੂੰ ਦੱਸਿਆ ਜਾ ਰਿਹਾ ਜਿਸ ਸਮੇਂ ਦੇ ਵਿੱਚ ਗੁਰੂ ਨਾਨਕ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ। ਕਿਆ ਘਟੀ ਏਕ ਦੋ ਜਾਮ ਤਰਜਾਮਾ, ਇੱਕ ਘੜੀ ਦੋ ਪਹਿਰ ਰਾਤ ਬੀਤ ਚੁੱਕੀ ਸੀ ਜਦੋਂ ਇਸ ਸੁੰਦਰ ਬਾਲਕ ਨੇ ਜਨਮ ਲਿਆ। ਇੱਕ ਘੜੀ ਦੋ ਪਹਿਰ। ਅੱਜ ਆਪਣੇ ਸਾਰੇ ਘਰਾਂ ਦਰਵਾਜ਼ਿਆਂ ਦੀਆਂ ਮਾਫੀ ਚਾਹ ਘਰ ਦੀਆਂ ਦੀਵਾਰਾਂ ਦੇ ਉੱਤੇ ਕਲੌਕ ਟੰਗੇ ਹੋਏ ਨੇ, ਸਾਡੀਆਂ ਪਾਕਟਸ 'ਚ ਫੋਨ ਪਏ ਨੇ, ਫੋਨਾਂ ਉੱਤੇ ਘੜੀਆਂ ਚੱਲ ਰਹੀਆਂ ਲਗਾਤਾਰ, ਨਹੀਂ ਤੇ ਗੁੱਟਾਂ 'ਤੇ ਘੜੀਆਂ ਵੱਜੀਆਂ ਨੇ। ਸੋ ਅਸੀਂ ਇਸ ਘੜੀ ਦੇ ਮੁਤਾਬਕ ਸਾਰਾ ਕੁਝ ਚੱਲਦੇ ਹਾਂ, ਸਾਡੇ ਟਾਈਮ ਇਹ ਸਾਰਾ ਕੁਝ ਸੈਟਲ ਇਸ ਰੂਪ ਵਿੱਚ ਚੱਲਦਾ ਹੈ। ਜੇ ਆਪ ਦੇਖੋਗੇ ਤੇ ਜਿਹੜਾ ਘੜੀਆਂ 'ਤੇ ਟਾਈਮ ਵੇਖਣ ਦਾ ਸਿਲਸਿਲਾ ਆ, ਜੇ ਮੈਂ ਆਪਣੀ ਪਰਿਵਾਰ ਵਿੱਚ ਦੇਖਾਂ, ਤੁਸੀਂ ਆਪਣੇ ਪਰਿਵਾਰ ਵਿੱਚ ਝਾਤ ਮਾਰ ਕੇ ਦੇਖਿਓ, ਜੇ ਸਾਡੇ ਪਿਤਾ ਜੀ ਹੋਣਗੇ, ਦਾਦਾ ਜੀ ਹੋਣਗੇ, ਜੇ ਸਾਡੇ ਪੜਦਾਦਾ ਜੀ ਹੋਣਗੇ, ਮੈਂ ਗਰੰਟੀ ਕਰਦਾ ਰੇਅਰਲੀ ਕਿਸੇ ਦਾ ਪੜਦਾਦਾ ਹੋਏਗਾ ਜਿਹਨੂੰ ਇਸ ਘੜੀ ਤੋਂ ਟਾਈਮ ਵੇਖਣਾ ਆਉਂਦਾ ਹੋਏਗਾ। ਕਿਉਂ? ਕਿਉਂਕਿ ਘੜੀਆਂ ਦਾ ਚੱਲਣ ਹੀ ਨਹੀਂ ਸੀ ਹੁੰਦਾ। ਇਸ ਘੜੀਆਂ ਦਾ ਟਾਈਮ ਦਾ ਪਤਾ ਚੱਲਣ ਹੀ ਨਹੀਂ ਸੀਗਾ। ਪੰਜਾਬ ਦੇ ਵਿੱਚ ਘੜੀ ਪਹਿਲੀ ਵਾਰੀ ਅੰਗਰੇਜ਼ ਲੈ ਕੇ ਆਉਂਦਾ, ਉਹਦੇ ਵਾਸਤੇ ਵੀ ਇੱਕ ਬੜੀ ਕਮਾਲ ਦੀ ਜਿਹੜੀ ਹੈ ਇਤਿਹਾਸ 'ਚ ਮੈਂ ਇੱਕ ਰੰਗ ਪੜ੍ਹਿਆ। ਹੋਇਆ ਇਹ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਗੱਦੀ ਆਸੀਨ ਸੀਗੇ ਤੇ ਸ਼ਿਮਲੇ ਦੇ ਵਿੱਚ ਇੱਕ ਡਿਪਲੋਮੈਟਿਕ ਮਿਲਣੀ ਹੋਈ। ਇੱਧਰ ਵਾਇਸਰਾਏ ਦੇ ਬੰਦੇ ਗਏ, ਈਸਟ ਇੰਡੀਆ ਕੰਪਨੀ ਦੇ ਬ੍ਰਿਟਿਸ਼ ਰੂਲਰਸ ਜਿਹੜੇ ਸੀਗੇ, ਰੈਸਟ ਆਫ ਦਾ ਇੰਡੀਆ ਰੂਲ ਕਰ ਰਹੇ ਸੀਗੇ। ਦੂਜੇ ਪਾਸੇ ਪੰਜਾਬ ਤੋਂ ਮਹਾਰਾਜਾ ਰਣਜੀਤ ਸਿੰਘ ਦੀ ਕੈਬਨਿਟ ਦੇ ਬੰਦੇ ਆਏ। ਉਹਨਾਂ ਦੇ ਜਿਹੜੇ ਫੋਰਨ ਮਿਨਿਸਟਰ ਸੀਗੇ, ਜਿਨ੍ਹਾਂ ਨੂੰ ਅਸੀਂ ਫਕੀਰ ਅਜ਼ੀਜ਼ੁਦੀਨ ਦੇ ਰੂਪ ਵਿੱਚ ਯਾਦ ਕਰਦੇ ਹਾਂ, ਮੁਸਲਮਾਨ ਸੀਗੇ, ਉਹ ਆਏ ਤੇ ਉਹ ਫੋਰਨ ਮਿਨਿਸਟਰ ਸੀਗੇ ਤੇ ਉੱਥੇ ਗੱਲਬਾਤ ਹੋਣੀ ਹੈ ਤੇ ਹੁਣ ਡਿਪਲੋਮੈਟਿਕ ਲੈਂਗੁਏਜ ਯੂਜ਼ ਹੋ ਰਹੀ ਹੈ ਇੱਕ ਦੂਜੇ ਦੇ ਨਾਲ। ਤੇ ਜਦੋਂ ਡਿਪਲੋਮੈਟਸ ਐਵੇਂ ਬੈਠਦੇ ਤਾਂ ਇੱਕ ਦੂਜੇ ਨੂੰ ਚੈੱਕ ਵੀ ਕਰਦੇ, ਇੱਕ ਦੂਜੇ ਨੂੰ ਥੋੜ੍ਹੀ ਕਾਂਟ ਛਾਂਟ ਵੀ ਕਰਦੇ, ਨੀਵਾਂ ਵਿਖਾਉਣ ਦੀ ਵੀ ਕੋਸ਼ਿਸ਼ ਕਰਦੇ। ਤੇ ਜਿਹੜਾ ਇੱਧਰੋਂ ਆ ਗਿਆ ਨਾ ਬ੍ਰਿਟਿਸ਼ ਕੰਪਨੀ ਵਾਲੇ ਪਾਸਿਓਂ, ਬ੍ਰਿਟਿਸ਼ਰਸ ਵੱਲੋਂ ਜਿਹੜਾ ਕਹਿ ਲਓ ਕਿ ਹਮ ਅਹੁਦੇਦਾਰ ਫਕੀਰ ਅਜ਼ੀਜ਼ੁਦੀਨ ਜੀ ਦੇ ਬਰਾਬਰ ਦਾ, ਉਸਨੇ ਫਕੀਰ ਅਜ਼ੀਜ਼ੁਦੀਨ ਦੇ ਉੱਤੇ ਕਟਾਖ ਕੀਤਾ, ਵਿਅੰਗ ਕੀਤਾ। ਵਿਅੰਗ ਪਤਾ ਕੀ ਕੀਤਾ? ਵਿਅੰਗ ਇਹ ਕੀਤਾ ਕਿ ਮੈਂ ਸੁਣਿਆ ਤੇਰਾ ਬਾਦਸ਼ਾਹ ਕਾਣਾ ਆ। ਮੈਂ ਜਾਣਨਾ ਚਾਹੁੰਦਾ ਸੀਗਾ ਉਹਦੀ ਕਿਹੜੀ ਅੱਖ ਕਾਣੀ ਹੈ, ਆਹ ਵਾਲੀ ਕਿ ਆਹ ਵਾਲੀ।
ਹੁਣ ਇਨਡਾਇਰੈਕਟਲੀ ਉਹ ਮਹਾਰਾਜਾ ਰਣਜੀਤ ਸਿੰਘ ਦੀ ਇਨਸਲਟ ਕਰ ਰਿਹਾ ਤੇ ਉਹਦੇ ਫੋਰਨ ਮਿਨਿਸਟਰ ਦੇ ਸਾਹਮਣੇ। ਤੇ ਹੁਣ ਉਹ ਸੋਚਦਾ ਹੈ, ਤੇ ਨਾਲੇ ਉਹ ਖਚਰਾ ਖਚਰਾ ਹੱਸਦੇ ਨੇ ਵੀ ਲੈ ਹੁਣ ਦੱਸੋ ਇਹ ਫਕੀਰ ਅਜ਼ੀਜ਼ੁਦੀਨ ਕੀ ਜਵਾਬ ਦੇਵੇਗਾ ਵੀ ਡਿਪਲੋਮੈਟਿਕ ਵੇ ਨਾਲ ਅਸੀਂ ਇਹਨੂੰ ਇੱਕ ਤਰੀਕੇ ਦੇ ਨਾਲ ਨੀਵਾਂ ਵਿਖਾ ਦਿੱਤਾ। ਤੇ ਅੱਗੇ ਸੀ ਫਕੀਰ ਅਜ਼ੀਜ਼ੁਦੀਨ, ਕਮਾਲ ਦਾ ਕੈਲੀਬਰ ਸੀ ਉਸ ਬੰਦੇ ਦਾ। ਜਦੋਂ ਤੱਕ ਦਰਬਾਰੇ ਖਾਲਸਾ ਦੇ ਨਾਲ ਬੇਵਫਾਈਆਂ ਦਾ ਦੌਰ ਵੀ ਚੱਲਿਆ ਨਾ, ਸਾਰੇ ਵੱਡੇ ਹਿੱਸੇ ਦੇ ਵਿੱਚ ਅਸੀਂ ਦੇਖਦੇ ਹਾਂ ਡੋਗਰਿਆਂ ਨੇ ਬੇਵਫਾਈਆਂ ਕੀਤੀਆਂ। ਇਹ ਜਿਹੜੇ ਬ੍ਰਦਰ ਅਜ਼ੀਜ਼ੁਦੀਨ ਬ੍ਰਦਰਜ਼ ਨੇ, ਇਹ ਅਖੀਰ ਤੱਕ ਦਰਬਾਰੇ ਖਾਲਸਾ ਨਾਲ ਵਫਾ ਕਰਕੇ ਗੁਜ਼ਰੇ। ਇਹ ਕਮਾਲ ਦੀ ਚੀਜ਼ ਹੋਈ। ਇਹਨਾਂ ਦਾ ਟੈਲੈਂਟ ਵੀ ਬੜੇ ਕਮਾਲ ਦਾ, ਇਹਨਾਂ ਦੀ ਲਾਇਲਟੀ ਵੀ ਬੜੇ ਕਮਾਲ ਦੀ। ਜਦੋਂ ਇਹ ਬਾਤ ਕਹੀ, ਫਕੀਰ ਅਜ਼ੀਜ਼ੁਦੀਨ ਬੜੇ ਠਰਮੇ 'ਚ ਉਵੇਂ ਹੀ ਖੜੇ ਰਹੇ ਤੇ ਉਹਨੂੰ ਕਹਿੰਦੇ ਮੈਨੂੰ ਲੱਗਦਾ ਹੈ ਤੂੰ ਮੇਰਾ ਬਾਦਸ਼ਾਹ ਦੇਖਿਆ ਨਹੀਂ ਕਦੇ। ਕਹਿਣ ਲੱਗਾ ਨਹੀਂ ਦੇਖਿਆ ਨਹੀਂ, ਤਾਂ ਹੀ ਤੈਨੂੰ ਪੁੱਛ ਰਿਹਾ। ਕਹਿਣ ਲੱਗਾ ਬਿਲਕੁਲ ਠੀਕ ਗੱਲ ਹੈ, ਮੈਂ ਤੈਨੂੰ ਸੱਚ ਦੱਸਾਂ, ਮੈਂ ਤੇਰੀ ਗੱਲ ਦਾ ਜਵਾਬ ਨਹੀਂ ਦੇ ਸਕਦਾ। ਕਹਿੰਦਾ ਉਹ ਕਿਉਂ? ਕਹਿਣ ਲੱਗਾ ਹਕੀਕਤ ਇਹ ਹੈ ਕਿ ਮੇਰੇ ਬਾਦਸ਼ਾਹ ਦਾ ਰੋਬ, ਉਹਦਾ ਨੂਰ ਹੀ ਇਤਨਾ ਜ਼ਿਆਦਾ ਆ, ਮੈਂ ਅੱਜ ਤੱਕ ਉਹਦੇ ਪੈਰਾਂ ਤੋਂ ਉੱਤੇ ਕਦੀ ਵੇਖਿਆ ਹੀ ਨਹੀਂ ਉਹਨੂੰ। ਉਹਦਾ ਨੂਰ ਤੇ ਉਹਦਾ ਰੋਬ ਇਤਨਾ ਤਗੜਾ ਆ, ਉਹਦੇ ਕੋਈ ਚਿਹਰੇ ਵੱਲ ਵੇਖ ਹੀ ਨਹੀਂ ਸਕਦਾ। ਮੈਂ ਤਾਂ ਅੱਜ ਤੱਕ ਉਹਦੇ ਪੈਰਾਂ ਲਈ ਵੇਂਦਾ ਰਿਹਾ। ਜਦੋਂ ਇਹ ਗੱਲ ਹੋਈ ਨਾ, ਤੇ ਵਾਇਸਰਾਏ ਜਿਹੜਾ ਸੀਨੀਅਰ ਸੀਗਾ, ਉਸਨੇ ਇੱਕਦਮ ਅਹਿਸਾਸ ਕੀਤਾ ਵੀ ਬੰਦੇ ਬਰਾਬਰ ਦੀ ਪੈਠ ਤੋਂ ਵੀ ਤਗੜੇ ਜਿਹੜੇ ਗੱਲ ਕਰਨ ਆਏ ਨੇ, ਇਹਨਾਂ ਨੂੰ ਪਤਾ ਹੈ ਗੱਲ ਕਿਵੇਂ ਕਰਨੀ ਹੈ। ਉਸ ਵਕਤ ਉਹਦੇ ਗਲ ਦੇ ਵਿੱਚ ਘੜੀ ਪਾਈ ਹੋਈ ਸੀ, ਉਹਨੇ ਚੇਨੀ ਪਾ ਕੇ, ਉਹਨੇ ਖਿੱਚ ਕੇ ਚੇਨੀ ਤੋੜ ਕੇ ਉਸੇ ਵਕਤ ਹੀ ਜਿਹੜੀ ਉਹ ਘੜੀ ਆ ਤੋਹਫੇ ਦੇ ਵਜੋਂ ਫਕੀਰ ਅਜ਼ੀਜ਼ੁਦੀਨ ਦੀ ਝੋਲੀ ਵਿੱਚ ਪਾ ਦਿੱਤੀ। ਕਹਿਣ ਲੱਗਾ ਲੈ ਫੜ ਪਹਿਲਾ ਤੋਹਫਾ ਮੇਰੇ ਵੱਲੋਂ, ਤੂੰ ਪਹਿਲੀ ਡਿਪਲੋਮੈਟਿਕ ਵਿਕਟਰੀ ਇੱਥੇ ਸਾਡੇ ਘਰ ਆ ਕੇ ਸਾਡੇ ਕੋਲੋਂ ਪ੍ਰਾਪਤ ਕਰ ਲਈ ਹੈ। ਅੱਜ ਤੱਕ ਸਾਡੇ ਕਿਸੇ ਡਿਪਲੋਮੈਟਸ ਨੂੰ ਐਵੇਂ ਕਿਸੇ ਨੇ ਜਵਾਬ ਨਹੀਂ ਦਿੱਤਾ ਜਿਵੇਂ ਤੂੰ ਜਵਾਬ ਤਾਂ ਸਾਨੂੰ ਅਵਾਕ ਕਰ ਦਿੱਤਾ। ਇੱਥੋਂ ਘੜੀ ਦੀ ਆਮਦ ਹੁੰਦੀ ਹੈ ਉੱਥੇ ਪੰਜਾਬ ਦੇ ਵਿੱਚ। ਖੈਰ ਇਸ ਰੂਪ ਵਿੱਚ ਬਾਤ ਹੋਈ ਤਾਂ ਅੰਗਰੇਜ਼ਾਂ ਨੇ ਕਿਹਾ ਅਸੀਂ ਸੰਸਾਰ ਨੂੰ ਨਾ ਸਭ ਕੁਝ ਸਿਖਾਇਆ, ਅਸੀਂ ਟਾਈਮ ਮਿਣਨਾ ਸਿਖਾਇਆ, ਅਸੀਂ ਟਾਈਮ 'ਤੇ ਚੱਲਣਾ ਸਿਖਾਇਆ, ਟਾਈਮ ਦੇ ਪਾਬੰਦ ਹੋਏ। ਐਵੇਂ ਥੋੜ੍ਹਾ ਹੋ ਸਕਦਾ ਸਾਡੀਆਂ ਟਰਡੀਸ਼ਨਸ ਦੇ ਟਾਈਮ ਦੀ ਪਾਬੰਦਗੀ ਨਾ ਹੋਏ। ਸਾਡੀਆਂ ਆਪਣੀਆਂ ਕਲੌਕਸ ਹੁੰਦੀਆਂ ਸੀ, ਜਿਹਦੀਆਂ ਘੜੀਆਂ ਅੱਜ ਕੱਲ੍ਹ ਜਿਵੇਂ ਬੱਚੇ ਨਾ ਛੋਟੇ ਛੋਟੇ ਇਸ ਤਰੀਕੇ ਨਾਲ ਉਹਨੂੰ ਸੈਂਡ ਕਲੌਕ ਕਹਿੰਦੇ ਆ, ਉਹ ਖੇਡਣ ਵਾਸਤੇ ਲੈਂਦੇ ਆ ਪਾਈ ਦੀ ਤਰ੍ਹਾਂ। ਉਹ ਇੱਕ ਪਾਸੇ ਰੱਖ ਦਿਓ, ਇੱਕ ਪਾਸੇ ਉਹਦੇ ਰੇਤ ਪਈ ਹੁੰਦੀ, ਖੁਰ ਖੁਰ ਕੇ ਦੂਜੇ ਪਾਸੇ ਹੋ ਜਾਂਦੀ, ਫਿਰ ਦੂਜੇ ਪਾਸੇ ਹੋ ਜਾਂਦੀ। ਇਹੋ ਜਿਹੀਆਂ ਪਾਣੀ ਦੀਆਂ ਘੜੀਆਂ, ਇਹ ਸਾਰੇ ਪੁਰਾਣੇ ਸਾਡੇ ਟਰਡੀਸ਼ਨਲ ਘੜੀਆਂ ਦੇ ਤਰੀਕੇ ਹੁੰਦੇ ਸੀ। ਲੋਕੀ ਸਮੇਂ ਦੀ ਮਪਾਇਸ਼ ਦੇ ਇਤਨੇ ਮਾਹਰ ਹੁੰਦੇ ਸੀਗੇ। ਉਹ ਜਿਹੜੀਆਂ ਬਿਲਡਿੰਗਸ ਹੁੰਦੀਆਂ, ਦਿਨ ਦੇ ਸਮੇਂ ਦਰਖਤ ਹੁੰਦੇ, ਇਹਨਾਂ ਦੀਆਂ ਪਰਛਾਈਆਂ ਨਾਲ ਸਮਾਂ ਮਾਪਦੇ। ਕਹਿੰਦੇ ਸੂਰਜ ਨਾਲ 2 ਰੱਸੇ ਰਹਿ ਗਿਆ, 1 ਰੱਸਾ ਰਹਿ ਗਿਆ, 1.5 ਰੱਸਾ ਰਹਿ ਗਿਆ, ਸਾਨੂੰ ਕੋਈ ਆਈਡੀਆ ਨਹੀਂ। ਬਜ਼ੁਰਗਾਂ ਨੂੰ ਸਾਰਾ ਪਤਾ ਹੁੰਦਾ ਸੀ ਇਹਨਾਂ ਰੱਸਿਆਂ ਦਾ ਮਤਲਬ ਕੀ ਹੈ। ਰਾਤ ਦੇ ਸਮੇਂ ਨੂੰ ਤਾਰਿਆਂ ਦੀ ਖਿੱਤੀ ਦੇ ਨਾਲ ਮਾਪਿਆ ਜਾਂਦਾ ਸੀਗਾ। ਤਾਰਿਆਂ ਦੀ ਚਾਲ ਤੋਂ ਤਾਰੇ ਕਿੱਥੇ ਪਹੁੰਚ ਗਏ ਨੇ, ਕਿਸ ਰੂਪ ਦੇ ਵਿੱਚ, ਐਗਜ਼ੈਕਟ ਮਪਾਇਸ਼ ਤਾਰੇ ਸਮੇਂ ਦੀ ਕਰ ਦਿੱਤੀ ਜਾਂਦੀ ਸੀ। ਕਵੀ ਜੀ ਨੇ ਇੱਥੇ ਬਿਆਨ ਕੀਤਾ, ਜਦੋਂ ਬ੍ਰਾਹਮਣ ਨੇ ਪੁੱਛਿਆ ਮੈਨੂੰ ਟਾਈਮ ਦੇ ਬਾਰੇ ਦੱਸੋ, ਤੇ ਕਿਆ ਘਟੀ 1-2 ਜਾਮ ਤ੍ਰਿਜਾਮਾ, 1 ਘੜੀ 2 ਪਹਿਰ ਰਾਤ ਬੀਤ ਚੁੱਕੀ ਸੀ ਜਦੋਂ ਇਸ ਬਾਲਕ ਨੇ ਜਨਮ ਲਿਆ। ਥਿੱਤੀ ਹੁਤੀ ਸਿਸ ਭਵ ਅਭਿਰਾਮਾ, ਉਸ ਵਕਤ ਇਹ ਖੂਬਸੂਰਤ ਬਾਲਕ, ਇਹ ਬਾਲਕ ਜਿਹੜਾ ਧਰਤੀ ਦੇ ਕਲਿਆਣ ਕਰਨ ਵਾਸਤੇ ਆਇਆ, ਇਹਦਾ ਜਨਮ ਹੁੰਦਾ ਹੈ ਜੀ। ਕੌਣ ਸ਼ਬਦ ਲੈ ਉਪਜਿਓ ਬਾਲਕ, ਤਾਏ ਬਤਾਵੋ ਸੋ ਤਤਕਾਲਕ। ਨਾਲ ਹੀ ਕਿਹਾ ਹੇ ਦਾਈ, ਬ੍ਰਾਹਮਣ ਪੁੱਛਦਾ ਆ ਮੈਨੂੰ ਦੱਸ ਇਹ ਬੱਚਾ ਸ਼ਬਦ ਕਿਹੜਾ ਲੈ ਕੇ ਆਇਆ। ਬਿਨਾਂ ਦੇਰੀ ਤੋਂ ਤਤਕਾਲ, ਕੌਣ ਸ਼ਬਦ ਲੈ ਉਪਜਿਓ ਬਾਲਕ, ਤਾਏ ਬਤਾਵੋ ਸੋ ਤਤਕਾਲਕ। ਬਿਨਾਂ ਕਿਸੇ ਦੇਰੀ ਤੋਂ ਮੈਨੂੰ ਉਸ ਸ਼ਬਦ ਬਾਰੇ ਦੱਸਣਾ ਕਰ। ਬੋਲੀ ਬਚਨ ਦੌਲਤਾਂ ਦਾਈ, ਸੁਨੋ ਬਿਰਤਾਂਤ ਅਹੋ ਦਿਜਰਾਈ। ਹੇ ਦਿਜਰਾਈ, ਹੇ ਪੰਡਤ ਜੀ, ਤੁਸੀਂ ਮੇਰੇ ਤੋਂ ਆ ਗੱਲ ਸੁਣੋ। ਦਾਈ ਦੌਲਤਾਂ ਆਪਣੇ ਵੱਲੋਂ ਪੂਰਾ ਇਸ ਤਰੀਕੇ ਨਾਲ ਕਹਿ ਲਓ, ਜਿਹੜੀ ਇੱਕ ਲੰਮੀ ਗੱਲ ਕਰਨ ਵਾਸਤੇ ਤਿਆਰੀ ਕਰਕੇ ਆਪਣੇ ਵੱਲੋਂ ਕੁਝ ਵਾਕ ਕਹਿਣ ਲੱਗੀ ਹੈ। ਬੋਲੀ ਬਚਨ ਦੌਲਤਾਂ ਦਾਈ, ਸੁਣੋ ਬ੍ਰਿਤਾਂਤ ਅਹੋ ਦਿਜਰਾਈ। ਹੇ ਦਿਜਰਾਈ, ਮੇਰੇ ਤੋਂ ਤੂੰ ਪੂਰਾ ਬ੍ਰਿਤਾਂਤ ਸੁਣਨਾ ਕਰ। ਬਹੁ ਸਿਸ ਜਨਮੇ ਮਮ ਕਰ ਮਾਹੀ, ਯਹ ਅਚਰਜ ਕਥ ਦੇਖਿਓ ਨਾਹੀ। ਕਹਿਣ ਲੱਗੀ ਬਹੁ ਸਿਸ ਜਨਮੇ ਮਮ ਕਰ ਮਾਹੀ, ਮੇਰੇ ਕਰ ਕਹਿੰਦੇ ਹੱਥਾਂ ਨੂੰ, ਇਹਨਾਂ ਹੱਥਾਂ ਨੇ ਪਤਾ ਨਹੀਂ ਕਿਤਨੇ ਬਾਲਕਾਂ ਦੇ ਜਨਮ ਦੀ ਸੇਵਾ ਕੀਤੀ ਹੈ। ਬਾਲਕ ਇਹਨਾਂ ਹੱਥਾਂ 'ਚ ਜਨਮੇ ਨੇ। ਪਰ ਦਿਜ ਜੀ, ਹੇ ਪੰਡਿਤ ਹਰਦਿਆਲ, ਤੈਨੂੰ ਕੀ ਦੱਸਾਂ। ਬਹੁ ਸਿਸ ਜਨਮੇ ਮਮ ਕਰ ਮਾਹੀ, ਯਹ ਅਚਰਜ ਕਬ ਦੇਖਿਓ ਨਾਹੀ।
ਇਹ ਅਚਰਜ ਮੈਂ ਕਦੀ ਨਹੀਂ ਦੇਖਿਆ ਇਸ ਤੋਂ ਪਹਿਲਾਂ। ਜੋ ਕੌਤਕ ਇਸ ਬਾਲਕ ਦੇ ਜਨਮ ਦੇ ਸਮੇਂ ਮੈਂ ਨਿਹਾਰਿਆ ਤੇ ਮਾਣਿਆ, ਇਸ ਤੋਂ ਪਹਿਲਾਂ ਕਦੀ ਨਹੀਂ ਹੋਇਆ ਜੀ। ਦੀਰਘ ਨਰ ਜਿਉ ਬਿਗਸ ਮਿਲੇ ਹੈ, ਤਿਉ ਇਨ ਕੀਨੇ ਸ਼ਬਦ ਭਲੇ ਹੈ। ਵਾਪਰਿਆ ਕੁਝ ਇਸ ਰੂਪ ਦੇ ਵਿੱਚ ਆ ਕਿ ਦੀਰਘ ਨਰ ਜਿਉ ਬਿਗਸ ਮਿਲੇ ਹੈ, ਜਿਵੇਂ ਕੋਈ ਬਹੁਤ ਸਿਆਣਾ ਬਜ਼ੁਰਗ, ਕੋਈ ਮਹਾਂਪੁਰਖ ਜਿਵੇਂ ਬੜੀ ਖੁਸ਼ੀ ਦੇ ਨਾਲ ਕਿਸੇ ਨੂੰ ਆ ਕੇ ਮਿਲਦਾ ਆ, ਇੰਜ ਲੱਗਾ ਬਾਲਕ ਤੇ ਆਇਆ ਹੀ ਨਹੀਂ, ਇਹ ਕੋਈ ਵਡੇਰਾ ਬਜ਼ੁਰਗ ਮੇਰੇ ਹੱਥਾਂ ਦੇ ਵਿੱਚ ਮੈਨੂੰ ਕੋ ਅਸੀਸਾਂ ਦਿੰਦਿਆਂ ਹੋਇਆ ਪ੍ਰਾਪਤ ਮੈਨੂੰ ਹੋ ਗਿਆ ਹੈ। ਕਿਆ ਦੀਰਘ ਨਰ ਜਿਉ ਬਿਗਸ ਮਿਲੇ ਹੈ, ਜਿਵੇਂ ਕੋਈ ਵੱਡੇ ਮਨੁੱਖ ਬੜੀ ਖੁਸ਼ੀ ਚਾਅ ਨਾਲ ਮਿਲਦੇ ਨੇ, ਤਿਉ ਇਨ ਕੀਨੋ ਸ਼ਬਦ ਭਲੋ ਹੈ। ਇਸ ਤਰੀਕੇ ਦੇ ਨਾਲ ਇਸ ਨੇ ਮੇਰੇ ਨਾਲ ਇਹ ਭਲਾ ਸ਼ਬਦ ਮੈਨੂੰ ਦਿੱਤਾ ਹੈ। ਭਲਾ ਸ਼ਬਦ ਹੈ ਇੱਥੇ, ਭਲਾ ਸ਼ਬਦ। ਇਹ ਚੇਤੇ ਰੱਖਿਆ ਜੇ, ਸ਼ਬਦ ਹੀ ਬੁਰੇ ਤੇ ਭਲੇ ਦੀ ਤਵੱਕੋਂ ਦਿੰਦਾ ਸਾਨੂੰ। ਕੋਈ ਵੀ ਚੀਜ਼, ਧਰਤੀ ਦਾ ਕੋਈ ਕਰਮ ਹੈ, ਕੋਈ ਐਕਸ਼ਨ ਹੈ, ਕੋਈ ਅਮਲ ਆ, ਸਭ ਤੋਂ ਪਹਿਲਾਂ ਸ਼ਬਦ ਦੇ ਰੂਪ ਵਿੱਚ ਆਉਂਦਾ ਹੈ। ਤੁਸੀਂ ਕੋਈ ਕਰਮ ਕਰਦੇ ਹੋ, ਕਰਮ ਹੋਣ ਤੋਂ ਪਹਿਲਾਂ ਉਹ ਤੁਹਾਡੇ ਅੰਦਰ ਇੱਕ ਥਾਟ ਦੇ ਰੂਪ ਵਿੱਚ ਜਨਮ ਲੈਂਦਾ ਆ। ਜੇ ਤੁਹਾਡਾ ਉਹ ਥਾਟ ਹੀ ਮਾੜਾ ਆ, ਤੇ ਇਹਦੇ ਵਾਸਤੇ ਵੀ ਕਹਿੰਦੇ ਦੋ ਸੋਰਸ ਹੁੰਦੇ ਨੇ, ਇੱਕ ਇੰਟਰਨਲ, ਇੱਕ ਐਕਸਟਰਨਲ। ਥਾਟ ਕਦੀ ਵੀ ਆਪਣੇ ਆਪ ਜਨਰੇਟ ਨਹੀਂ ਹੁੰਦੇ, ਇਹਦੇ ਦੋ ਸੋਰਸ ਨੇ। ਇੱਕ ਇੰਟਰਨਲ ਕੋਈ ਸੋਰਸ ਆ, ਤੁਹਾਡੀਆਂ ਜ਼ਹਿਨੀ ਤੌਰ 'ਤੇ ਸਾਡੀ ਜਿਹੜੀ ਮੈਮਰੀ ਹੈ ਨਾ, ਕਿਉਂਕਿ ਸਾਡੀਆਂ ਯਾਦਾਂ ਦੇ ਵਿੱਚ ਚੀਜ਼ਾਂ ਪਈਆਂ ਹੁੰਦੀਆਂ ਨੇ, ਇਹ ਮੈਮਰੀ ਦੀਆਂ ਕਈ ਪੋਕਟਸ ਨੇ। ਅੱਜ ਕੱਲ੍ਹ ਤਾਂ ਖੈਰ ਨਿਊਰੋ ਸਾਇੰਸਿਸ 'ਚ ਇੰਨੀ ਸਟੱਡੀ ਹੋ ਚੁੱਕੀ ਹੈ ਕਿ ਕਮਾਲ ਹੀ ਹੈ। ਅਸੀਂ ਤਾਂ ਗੁਰਬਾਣੀ ਦੇ ਆਗੋਸ਼ 'ਚ ਬੈਠਦੇ ਹਾਂ, ਇੰਨਾ ਕੁਝ ਸਾਨੂੰ ਸਮਝ ਆਉਂਦਾ। ਸਾਡੇ ਕੋਲ ਜਿਹੜੀ ਮੈਮਰੀ ਹੈ, ਕਾਰਮਿਕ ਮੈਮਰੀ ਹੈ ਸਾਡੀ, ਜਿਹੜੀ ਜਿਹਨੂੰ ਅਸੀਂ ਕਹਿ ਲਓ ਕਿ ਇੱਕ ਤਰੀਕੇ ਦੇ ਨਾਲ ਇਨਸਟੈਂਟ ਮੈਮਰੀ ਹੈ ਸਾਡੀ ਜਿਹੜੀ ਨਿਊਕਲੀਅਰ ਮੈਮਰੀ ਹੈ, ਮਤਲਬ ਕਈ ਉਹਦੀਆਂ ਲੇਅਰਸ ਨੇ ਉਸ ਰੂਪ ਦੇ ਅੰਦਰ। ਹੁਣ ਕੋਈ ਚੀਜ਼, ਇੱਕ ਬੱਚੇ ਨੂੰ ਅੰਦਰੋਂ ਹੀ ਥਾਟ ਆਉਂਦਾ, ਨਵਾਂ ਆਈਡੀਆ, ਇੱਕ ਐਸਾ ਆਈਡੀਆ ਜਿਹੜਾ ਕਦੀ ਕਿਸੇ ਨੂੰ ਨਹੀਂ ਉੱਭਰਿਆ, ਤੇ ਉਹ ਆਈਡੀਆ ਆ ਰਿਹਾ, ਕਹਿੰਦੇ ਕਿੱਥੋਂ ਆਇਆ? ਇਹ ਕਿਤੇ ਦੇ ਅੰਦਰ ਬੀਜਿਆ ਪਿਆ ਸੀਗਾ, ਅੱਜ ਉੱਗ ਆਇਆ ਹੈ। ਜਾਂ ਕੁਛ ਚੀਜ਼ ਐਸੀ ਹੁੰਦੀ, ਬਾਹਰੋਂ ਕੋਈ ਚੀਜ਼ ਸੁਣੀ, ਇੱਕਦਮ ਸੁਣ ਕੇ ਤੁਹਾਨੂੰ ਅਪੀਲ ਕਰ ਗਈ, ਤੁਸੀਂ ਉਸ ਆਈਡੀਆ ਨੂੰ ਗ੍ਰੈਬ ਕਰਕੇ ਆਪਣੇ ਅੰਦਰ ਉਸ ਰੂਪ ਵਿੱਚ ਜਿਹੜਾ ਅਮਾ ਲਿਆ। ਸੋ ਇਹ ਸਾਰਾ ਸ਼ਬਦ ਆ। ਸ਼ਬਦ ਭਲਾ ਤੇ ਬੁਰਾ ਹੁੰਦਾ। ਮਾੜੇ ਥਾਟ ਅੰਦਰੋਂ ਵੀ ਨਿਕਲਦੇ, ਬਾਹਰੋਂ ਵੀ ਬੰਦਾ ਪ੍ਰਾਪਤ ਕਰ ਲੈਂਦਾ। ਚੰਗੇ ਥਾਟ ਅੰਦਰੋਂ ਵੀ ਪ੍ਰਾਪਤ ਹੋ ਜਾਂਦੇ, ਬਾਹਰੋਂ ਵੀ ਬੰਦੇ ਨੂੰ ਅਹਿਸਾਸ ਵਿੱਚ ਆ ਜਾਂਦੇ ਉਸ ਰੂਪ ਦੇ ਅੰਦਰ। ਸੋ ਇਹ ਜਿਹੜਾ ਥਾਟ ਦਾ ਕਨਸੈਪਟ ਆ, ਇਹਦੀ ਬਾਤ ਹੋਣ ਲੱਗੀ ਹੈ। ਇੱਥੇ ਦਾਈ ਨੇ ਕਿਹਾ, ਮੈਂ ਤੁਹਾਨੂੰ ਕੀ ਦੱਸਾਂ, ਜਦੋਂ ਇਸ ਬਾਲਕ ਦੀ ਆਮਦ ਹੋਈ ਇੱਕ ਭਲੋ ਸ਼ਬਦ, ਹੁਣ ਇਹ ਭਲੋ ਸ਼ਬਦ ਉਹਦੇ ਅੰਦਰੋਂ ਆਇਆ। ਉਸ ਬਾਲਕ ਨੂੰ ਨਿਹਾਰਦਿਆਂ ਸਾਰ, ਜਿਹਨੂੰ ਕਹਿ ਲਓ ਕਿ ਸਰਕਮਸਟੈਂਸਸ ਡਿਵੈਲਪ ਹੋਏ ਨੇ ਇੱਕਦਮ। ਹੁਣ ਸਪੋਜ਼ ਕਰੋ ਆਪਾਂ ਬਾਹਰ ਦੇਖਦੇ ਹਾਂ, ਹਵਾ ਚੱਲ ਰਹੀ ਹੈ, ਇੱਕਦਮ ਠੰਡ ਲੱਗ ਰਹੀ ਹੈ। ਅੱਛਾ, 2 ਦਿਨ ਪਹਿਲਾਂ ਇਹੀ ਹਵਾ ਚੱਲ ਰਹੀ ਸੀ, ਜਾਕਟਾਂ ਲਾ ਕੇ ਰੱਖਣ ਨੂੰ ਜੀ ਕਰ ਰਿਹਾ ਸੀਗਾ। ਇਹ ਠੰਡ ਤੇ ਗਰਮੀ ਸਰਕਮਸਟੈਂਸਸ, ਹਾਲਾਤਾਂ ਵਿੱਚੋਂ ਜਨਰੇਟ ਹੁੰਦੀ ਹੈ। ਜਿਹੜੀ ਕੋਈ ਵੀ ਸ਼ਬਦ ਜਾਂ ਥਾਟ ਆ, ਦਾਈ ਨੇ ਜੋ ਅੰਦਰ ਫੀਲ ਕੀਤਾ ਆ, ਜੋ ਉਹਨੂੰ ਮਹਿਸੂਸ ਹੋਇਆ ਹੈ, ਇੱਕ ਚੰਗਾ ਭਲਾ ਸ਼ਬਦ ਉਸ ਮਾਹੌਲ ਨੇ ਉਹਨੂੰ ਬਖਸ਼ਿਆ। ਕਹਿੰਦੇ ਬੱਚਾ ਕਾਹਦਾ ਮੇਰੇ ਹੱਥਾਂ ਤੇ ਇਸ ਰੂਪ ਵਿੱਚ ਆਇਆ, ਇੱਕ ਪਾਰਸ ਕਲਾ ਵਾਪਰ ਗਈ, ਇੱਕ ਭਲੋ ਸ਼ਬਦ ਮੇਰੇ ਅਹਿਸਾਸਾਂ ਦੇ ਵਿੱਚ ਦੌੜਨਾ ਸ਼ੁਰੂ ਹੋ ਗਿਆ। ਕਿਆ ਇਸ ਤਰ੍ਹਾਂ ਹੋਇਆ ਹੈ ਕਿ ਦੀਰਘ ਨਰ ਜਿਉ ਬਿਗਸ ਮਿਲੇ ਹੈ, ਤਿਉ ਇਨ ਕੀਨੇ ਸ਼ਬਦ ਭਲੋ ਹੈ। ਸੁਭ ਲਛਣ ਸੁਭ ਅੰਗਣ ਮਾਹੀ, ਆਣ ਨਰ ਨ ਜਿਉ ਨਰ ਇਹ ਨਾਹੀ। ਕਿਆ ਸਭ ਤੋਂ ਜਿਹੜਾ ਸ਼ੁਭ ਲੱਛਣ ਆ ਉਹ ਇਹ ਹੈ ਕਿ ਇਹਦੇ ਅੰਗਾਂ, ਇਹਦੇ ਭਾਵਾਂ ਵੱਲ ਦੇਖ ਕੇ ਮੈਨੂੰ ਇਹ ਲੱਗ ਰਿਹਾ ਹੈ, ਆਨ ਨਰਨ ਜਿਉ ਨਰ ਇਹ ਨਾਹੀ। ਇਹ ਆਮ ਮਨੁੱਖਾਂ ਵਰਗਾ ਮਨੁੱਖ ਨਹੀਂ ਲੱਗਦਾ ਮੈਨੂੰ, ਆਮ ਬੱਚਿਆਂ ਵਰਗੀ ਇਹਦੀ ਆਭਾ ਨਹੀਂ ਗੀ। ਇਹ ਆਮ ਬੱਚਿਆਂ ਨਾਲੋਂ ਵੱਖਰਾ ਬਾਲਕ ਆ। ਇਹ ਬਾਲਕ ਮੇਰੀ ਹੱਥਾਂ ਦੇ ਉੱਤੇ ਜਿਸ ਰੂਪ ਵਿੱਚ ਇਹਦੀ ਆਮਦ ਹੋਈ, ਮੈਨੂੰ ਇਹ ਮਹਿਸੂਸ ਹੋ ਰਿਹਾ ਹੈ ਕੋਈ ਅਲਾਹੀ ਹਸਤੀ ਜਿਵੇਂ ਕਾਇਨਾਤ ਨੂੰ ਤਾਰਨ ਵਾਸਤੇ ਆਮਦ ਲੈ ਰਹੀ ਹੈ ਜੀ। ਸੁਣਦੇ ਜਬਰ ਸਭ ਬਚਨ ਕੋ, ਜੋਤਿਸ਼ ਕੀਨ ਵਿਚਾਰ। ਸਾਰੀਆਂ ਗੱਲਾਂ ਬ੍ਰਾਹਮਣ ਨੇ ਸੁਣ ਕੇ ਆਪਣੇ ਜੋਤਿਸ਼ ਦਾ ਪੂਰੇ ਦਾ ਪੂਰਾ ਟੇਵਾ ਲਾਇਆ। ਪੂਰੇ ਦੀ ਪੂਰੀ ਉਸਨੇ ਜਿਹੜੀ ਹੈ ਉਹ ਸਾਰੀ ਆਪਣੀ ਤਾਲੀਮ ਵਿਦਿਆ ਦਾ ਪੰਚਾਂਗ ਬਣਾਇਆ ਜੀ। ਸ਼ੁਭ ਨਿਸ਼ਤਰ ਸ਼ੁਭ ਕਾਲ ਮਹਿ, ਸ਼ੁਭ ਥਿਤ ਪੁਨ ਸ਼ੁਭ ਵਾਰ। ਉਹਦੇ ਕਹਿਣ ਦੇ ਮੁਤਾਬਕ ਕਹਿੰਦਾ ਸਾਰਾ ਘੜੀ, ਸਮਾਂ, ਕਾਲ, ਵਾਰ, ਵਕਤ ਸਭ ਕੁਝ ਬਿਲਕੁਲ ਇੱਕ ਸ਼ੁਭ ਰੂਪ ਦੇ ਵਿੱਚ ਅਲਾਈਨ ਹੋ ਗਿਆ ਇਸ ਢੰਗ ਦੇ ਨਾਲ। ਇਸ ਤਰ੍ਹਾਂ ਜਾਣੋ
ਹਰ ਘੜੀ ਦੇ 'ਚ ਕੁਝ ਨਾ ਕੁਝ ਵਾਪਰ ਰਿਹਾ, ਕੁਝ ਨਾ ਕੁਝ ਹੋ ਰਿਹਾ, ਪਰ ਕੁਝ ਘੜੀਆਂ ਵਾਕਿਆ 'ਚ ਐਸੀਆਂ ਹੁੰਦੀਆਂ ਜਿਨ੍ਹਾਂ ਪਲਾਂ ਦੇ ਵਿੱਚ ਕੁਝ ਇਹੋ ਜਿਹੀ ਘਟਨਾ ਵਾਪਰ ਜਾਂਦੀ ਜਿਹਦਾ ਬੰਦਾ ਅਹਿਸਾਸ ਵੀ ਨਹੀਂ ਕਰ ਸਕਦਾ। ਸੋ ਇਹੋ ਚੀਜ਼ ਆ, ਇੱਕ ਘੜੀ ਸੁਲੱਖਣੀ ਹੋ ਗਈ, ਇੱਕ ਸਮਾਂ ਸੁਲੱਖਣਾ ਹੋ ਗਿਆ, ਇੱਕ ਵਕਤ ਤਵਾਰੀਖ ਦੇ ਵਿੱਚ। ਆਪਾਂ ਉਲਾਮਾ ਇਕਬਾਲ ਦੀ ਉਹ ਹਮੇਸ਼ਾ ਨਜ਼ਮ ਦੁਹਰਾਉਂਦੇ, ਆਉਂਦੇ ਦਿਨਾਂ 'ਚ ਫਿਰ ਦੁਹਰਾਉਂਦੇ ਰਹਾਂਗੇ ਗੁਰੂ ਨਾਨਕ ਮਹਾਰਾਜ ਗੁਰਪੁਰਬ ਦੇ ਨੇੜੇ, ਕਿ ਫਿਰ ਉੱਠੀ ਆਖਿਰ ਸਦਾ ਤੋਹੀਦ ਕੀ ਪੰਜਾਬ ਸੇ, ਹਿੰਦ ਕੋ ਇੱਕ ਮਰਦੇ ਕਾਮਲ ਨੇ ਜਗਾਇਆ ਖਾਬ ਸੇ। ਕਾਮਲ ਮਰਦ ਦੀ ਆਮਦ ਹੋਈ ਹੈ। ਸੋ ਘੜੀ ਪਲ ਉਹ ਵਕਤ ਬਿਲਕੁਲ ਸ਼ੁਭ ਆ। ਇਸ ਸਾਰੇ ਦੀ ਕੈਲਕੂਲੇਸ਼ਨ ਪਾਂਦਾ ਹਰਦਾਸ ਕਰਦਾ ਹੈ ਜੀ। ਸ਼ੁਭ ਨਿਸ਼ਤਰ ਸ਼ੁਭ ਕਾਲ ਮਹਿ, ਸ਼ੁਭ ਥਿਤ ਪੁਨ ਸ਼ੁਭ ਵਾਰ। ਇਸ ਤਰ੍ਹਾਂ ਜਾਣੋ ਇਹ ਸਾਰਾ ਜੋ ਸਮੇਂ ਦਾ ਰੂਪ ਆ, ਪਾਂਦਾ ਕਹਿੰਦਾ ਮੈਨੂੰ ਬਿਲਕੁਲ ਸ਼ੁਭ ਲੱਗਦਾ ਹੈ ਜੀ। ਭਲੇ ਲਗਨ ਮੈਂ ਬਾਲਕ ਜਨਮਾ, ਬੇਦੁਖ ਵਿਚਾਰ ਕਰਤ ਬਹੁ ਮਨਮਾ। ਪਾਂਦਾ ਅਹਿਸਾਸ ਕਰਦਾ ਕਿ ਇਸ ਬਾਲਕ ਦਾ ਲਗਨ ਜਿਸ ਸਮੇਂ ਵਿੱਚ ਹੋਇਆ, ਜਿਸ ਲਗਨ 'ਚ ਦਾ ਜਨਮ ਹੋਇਆ ਹੈ, ਪੰਡਤ ਨੂੰ ਇਸ ਤਰੀਕੇ ਨਾਲ ਕਹਿ ਲਓ ਵਿਚਾਰ ਆ ਰਹੀ ਹੈ ਕਿ ਇਹ ਬਾਲਕ ਕੋਈ ਆਮ ਬਾਲਕ ਨਹੀਂ ਗਾ। ਬਿਦੁਖ ਵਿਚਾਰ ਕਰਤ ਬਹੁ ਮਨਮਾ, ਉਹ ਆਪਣੇ ਮਨ ਦੇ ਵਿੱਚ ਬਿਨਾਂ ਕਿਸੇ ਕਹਿ ਲਓ ਹਿਚਕਿਚਾਹਟ ਤੋਂ ਵਿਚਾਰ ਕਰ ਰਿਹਾ ਆ ਕਿ ਕੋਈ ਵੱਡੀ ਚੀਜ਼ ਮੈਨੂੰ ਇਸ ਘੜੀ ਪਲ ਦੇ ਵਿੱਚ ਨਿਹਾਰਨ ਨੂੰ ਦਿਸ ਰਹੀ ਹੈ ਜੀ। ਯਹ ਸ਼ਿਸ਼ ਹੈ ਅਵਤਾਰੀ ਕੋ, ਵੱਡੇ ਭਾਗ ਕਾਲੂ ਕੇ ਹੋ। ਪਾਂਦਾ ਸੋਚ ਇਹ ਰਿਹਾ ਹੈ, ਬਾਬਾ ਕਵੀ ਜੀ ਬਿਆਨ ਕਰਦੇ, ਪੰਡਤ ਹਰਦਿਆਲ ਜਿਹੜਾ ਹੈ ਉਹ ਕਹਿੰਦਾ ਕਿ ਬਾਬਾ ਕਾਲੂ ਦੇ ਲੱਗਦਾ ਭਾਗ ਜਾਗ ਗਏ ਨੇ, ਵਡਭਾਗੀ ਹੋ ਗਿਆ। ਜ਼ਿਕਰ ਆਇਆ ਯਹ ਸਿਸ ਹੈ ਅਵਤਾਰੀ ਕੋ, ਵੱਡਾ ਭਾਗ ਕਾਲੂ ਕੇ ਹੋ। ਇਸ ਵਿਹੜੇ ਦੇ ਭਾਗ ਜਾਗ ਗਏ। ਇੰਜ ਲੱਗਦਾ ਬਾਬਾ ਕਾਲੂ ਦੇ ਘਰ, ਬਾਬਾ ਕਾਲੂ ਦੇ ਖਾਨਦਾਨ ਦੇ ਵਿੱਚ ਕੋਈ ਕਰਤਾਰੀ ਹਸਤੀ ਨੇ ਆਮਦ ਲਈ ਹੈ ਜੀ। ਕਹਿ ਬਿਦ ਬਿਸ਼ਨ ਕੇ ਸਿਵ ਪਵਲੀਨੋ, ਜਗਤੇ ਉਦਾਰਨ ਲਛਣ ਚੀਨੋ। ਕਿਉਂਕਿ ਅਸੀਂ ਅਕਸਰ ਉਸ ਖਿੱਤੇ ਦੇ ਲੋਕ ਜਿਹੜੇ ਵੈਦਿਕ ਪ੍ਰਪਾਰਟੀ ਨੂੰ ਮੰਨਣ ਵਾਲੇ ਨੇ, ਉਹ ਅਹਿਸਾਸ ਦੇ ਕਿ ਜਦੋਂ ਕੋਈ ਵੱਡੀ ਹਸਤੀ ਆਉਂਦੀ ਉਹ ਅਵਤਾਰ ਦੇ ਰੂਪ ਵਿੱਚ ਆਉਂਦੀ, ਤੇ ਅਵਤਾਰ ਵਿਸ਼ਨੂੰ ਦਾ ਹੈ, ਸ਼ਿਵ ਦਾ ਆ। ਇਹਨਾਂ ਦੋਨਾਂ ਦਾ ਹੀ ਨਾਮ ਇੱਥੇ ਕਵੀ ਜੀ ਨੇ ਲਿਖ ਦਿੱਤਾ। ਕਹਿਣ ਲੱਗੇ ਕੈ ਬਿਦ ਬਿਸ਼ਨ ਕੇ ਸ਼ਿਵ ਪਵਲੀਨੋ, ਇੰਜ ਲੱਗਦਾ ਹੈ ਕੋਈ ਸ਼ਿਵ ਤੇ ਵਿਸ਼ਨੂੰ ਦਾ ਕੋਈ ਅਵਤਾਰ ਧਰਤੀ ਤੇ ਆਮਦ ਲੈ ਰਿਹਾ ਹੈ। ਜਗਤ ਉਦਾਹਰਨ ਲੱਛਣ ਚੀਨੋ, ਜਗਤ ਦੇ ਉਧਾਰ ਹੇਠ ਇਸ ਬਾਲਕ ਦੀ ਆਮਦ ਲੱਗਦੀ। ਇਹੋ ਜਿਹੇ ਲਕਸ਼ਣ, ਇਹੋ ਜਿਹੀ ਆਭਾ, ਇਹੋ ਜਿਹਾ ਜਿਹੜਾ ਸਾਰਾ ਕੁਝ ਮੇਰੇ ਮਨ ਦੇ ਵਿੱਚ ਮੰਡਿਤ ਹੋ ਰਿਹਾ ਹੈ ਜੀ। ਆਤ ਪਤਰ ਇਸ ਸੀਸ ਚੁਲਾਰੇ, ਪੂਰਬੀ ਨਿਸ਼ਾ ਜਨਮ ਭਇਓ ਬਾਰੇ। ਇੰਜ ਲੱਗਦਾ ਹੈ ਇਸ ਬੱਚੇ ਦੇ ਸੀਸ ਦੇ ਉੱਤੇ ਆਤ ਪੱਤਰ ਇਸ ਸੀਸ ਝੁਲਾਰੇ, ਇਹਦੇ ਉੱਤੇ ਚੌਰ ਝੁਲਣਗੇ, ਇਹਦੇ ਉੱਤੇ ਜਿਹੜੀ ਵੱਡੀ ਆਭਾ ਛਤਰ ਜਿਹੜਾ ਹੈਗਾ ਉਹ ਝੁੱਲੇਗਾ। ਪੂਰਬੀ ਨਿਸ਼ਾ ਜਨਮ ਭਇਓ ਬਾਰੇ, ਪੂਰਬ ਵਾਲੀ ਰਾਤ ਦੇ ਵਿੱਚ, ਮਤਲਬ ਜਿਹੜਾ ਸਪੈਸ਼ਲ ਸਮਾਂ ਕਿਹਾ ਉਸ ਰਾਤ ਦੇ ਵਿੱਚ ਦਾ ਜਨਮ ਹੋਇਆ ਹੈ। ਇਹਦਾ ਮਤਲਬ ਇਹ ਘੜੀ ਪਲ ਸਮਾਂ ਦੱਸ ਰਿਹਾ ਹੈ। ਇਹ ਬਾਲਕ ਵੱਡੇ ਅਵਤਾਰੀ ਗੁਣਾਂ ਨਾਲ ਆਇਆ ਹੈ ਜੀ। ਚੱਕਰਵਰਤ ਹੋਵੇ ਪਵ ਮਾਹੀ, ਕਰੇ ਦਿਗ ਵਿਜੈ ਸੰਸੈ ਨਾਹੀ। ਕਵੀ ਜੀ ਲਿਖਦੇ, ਪਾਂਦਾ ਹਰਦਿਆਲ ਇਹ ਕਹਿੰਦਾ ਇਹ ਬੱਚਾ ਕੋਈ ਚੱਕਰਵਰਤੀ ਰਾਜਾ ਹੋਏਗਾ, ਕੋਈ ਸ਼ਹਿਨਸ਼ਾਹ ਬਣੇਗਾ, ਇੰਜ ਮਹਿਸੂਸ ਹੁੰਦਾ ਹੈ। ਕਰਹਿ ਦਿਗ ਵਿਜੈ ਸੰਸੈ ਨਾਹੀ, ਉਹ ਕਹਿੰਦਾ ਮੈਨੂੰ ਇਸ ਗੱਲ 'ਚ ਕੋਈ ਸੰਸਾ ਨਹੀਂ ਲੱਗਦਾ। ਇਹ ਬਹੁਤ ਵੱਡੀ ਆਭਾ ਆਪਣੀ ਸੁਰਤ 'ਚ ਲੈ ਕੇ ਮੰਡਿਤ ਹੋ ਰਿਹਾ ਹੈ ਜੀ। ਦਰਸ਼ਨ ਕੀ ਉਰ ਲਾਲਸ ਕੀਨੀ, ਦੇਹ ਸਫਲ ਆਪਣੀ ਜਿਜ ਚੀਨੀ। ਕਹਿੰਦੇ ਨੇ ਪਾਂਦੇ ਹਰਦਿਆਲ ਨੇ ਆਪਣੇ ਹਿਰਦੇ ਦੇ ਵਿੱਚ ਉਸ ਬਾਲਕ ਦੇ ਦੀਦਾਰ ਪਾਉਣ ਦੀ ਖਾਸ਼ ਦਾ ਇਜ਼ਹਾਰ ਕੀਤਾ, ਕਿਉਂਕਿ ਅਜੇ ਤੱਕ ਉਹ ਸਿਰਫ ਦਾਈ ਤੋਂ ਤੇ ਬਾਬਾ ਕਾਲੂ ਤੋਂ ਇਨਫੋਰਮੇਸ਼ਨ ਕਲੈਕਟ ਕਰ ਰਿਹਾ ਹੈ, ਉਹਦੇ ਅਕੋਰਡਿੰਗਲੀ ਉਹ ਸਾਰਾ ਆਪਣਾ ਥਾਟ ਦੇ ਰਿਹਾ ਹੈ। ਪਰ ਹੁਣ ਉਹ ਬਾਲਕ ਨੂੰ ਦੇਖਣਾ ਮੰਗਦਾ ਹੈ, ਸੋ ਦੇਖਣ ਦੀ ਖਾਸ਼ ਦੇ ਵਿੱਚ ਉਹ ਆਪਣੇ ਆਪ ਨੂੰ ਬਿਆਨ ਕਰਦਾ ਹੈ ਜੀ। ਕਾਲੂ ਸੋ ਪੁਨ ਦਿਜ ਕਹੀ, ਬਾਲਕ ਮੋਹਿ ਦਿਖਾਏ। ਕਹਿੰਦੇ ਨੇ ਪਾਂਦੇ ਹਰਦਿਆਲ ਨੇ ਬਾਬਾ ਕਾਲੂ ਨੂੰ ਰਿਕੁਐਸਟ ਕੀਤੀ, ਜੇ ਦਾਈ ਨੇ ਇਹ ਸਾਰੀ ਬਾਤ ਕਹੀ ਹੈ, ਘੜੀ ਪਲ ਮੈਂ ਸਾਰੇ ਵੇਰਵੇ ਲੈ ਲਏ ਨੇ, ਮੈਨੂੰ ਲੱਗਦਾ ਹੈ ਕੋਈ ਬਾਲਕ ਅਲਾਹੀ ਹਸਤੀ ਹੈ। ਸੋ ਚਾਹਤ ਇਹ ਹੈ ਕਾਲੂ ਸੋ ਪੁਨ ਦਿਜ ਕਹੀ, ਬਾਲਕ ਮੋਹਿ ਦਿਖਾਏ। ਮੈਨੂੰ ਉਹ ਬਾਲਕ ਦੇ ਦੀਦਾਰ ਤੇ ਕਰਾਓ, ਮੈਂ ਵੀ ਤੇ ਤੱਕਾਂ
ਜਿਹਦੀ ਤਾਰੀਫ ਦੌਲਤਾਂ ਕਰ ਰਹੀ ਹੈ, ਉਹਨੂੰ ਮੈਂ ਵੀ ਆਪਣੀਆਂ ਅੱਖਾਂ ਨਾਲ ਨਿਹਾਰਾਂ। ਆਖਰਕਾਰ ਉਸ ਕਿਸ ਨੂਰ ਦਾ ਮਾਲਕ ਹੈ ਜੀ। ਸੁਨ ਕਰ ਦਾਈ ਦੌਲਤਾਂ ਲੀਲੀ ਸ਼ਬਦ ਬੁਲਾਏ। ਕਹਿੰਦੇ ਨੇ ਉਸੇ ਵਕਤ ਹੀ ਬਾਬਾ ਕਾਲੂ ਜੀ ਨੇ ਦਾਈ ਨੂੰ ਆਵਾਜ਼ ਦਿੱਤੀ। ਕਿਉਂ? ਕਿਉਂਕਿ ਹੁਣ ਆਵਾਜ਼ ਦੇ ਕੇ ਕਹਿਣਾ ਹੈ ਕਿ ਭਾਈ ਉਸ ਬਾਲਕ ਨੂੰ ਲੈ ਕੇ ਆਓ, ਕਿਉਂਕਿ ਬ੍ਰਾਹਮਣ ਇਸ ਨਵ ਜਨਮੇ ਬਾਲਕ ਨੂੰ ਗੁਰੂ ਨਾਨਕ ਮਹਾਰਾਜ ਦੀ ਉਸ ਬਾਲ ਵਰੇਸ ਮਡੋਲੀ ਨੂੰ, ਉਸ ਬਾਲੇ ਪ੍ਰੀਤਮ ਨੂੰ ਦੇਖਣਾ ਮੰਗਦਾ ਹੈ ਜੀ। ਬਾਲਕਿਆਨ ਵਿਪਰ ਕੇ ਪਾਸਾ ਧਾਏ ਗਈ ਸੁਨ ਮਦ ਅਵਸਾ। ਦਾਈ ਦੌਲਤਾਂ ਨੂੰ ਮਹਿਤਾ ਕਾਲੂ ਜੀ ਨੇ ਕਿਹਾ, ਜਾ ਬਾਲਕ ਲਿਆ ਬ੍ਰਾਹਮਣ ਜੀ ਦੇ ਕੋਲ, ਧਾਏ ਗਈ ਸੁਨ ਮਦ ਆਵਾਸਾ। ਇਹ ਗੱਲ ਸੁਣਦਿਆਂ ਸਾਰ ਉਹ ਦਾਈ ਅੰਦਰ ਗਈ। ਰਾਈਟ ਵੇ ਨੂੰ ਕਿਹਾ, ਜਾ ਮਾਂ ਕੋਲੋਂ, ਜੱਚੇ ਕੋਲੋਂ ਬੱਚੇ ਨੂੰ ਪਕੜ ਕੇ ਲੈ ਕੇ ਆ, ਉਠਾ ਕੇ ਲੈ ਕੇ ਆ, ਤਾਂ ਕਿ ਬ੍ਰਾਹਮਣ ਉਹਨੂੰ ਆ ਕੇ ਅੱਖਾਂ ਨਾਲ ਨਿਹਾਰ ਸਕੇ ਜੀ। ਜਾਚਿਓ ਬਾਲਕ ਜਨਨ ਨ ਦੇਈ ਜਿਉ ਕਿਰਪਨ ਤਨ ਪ੍ਰੀਤ ਰਖੇਈ। ਬੜੀ ਖੂਬਸੂਰਤ ਜਿਹੜੇ ਹੈ ਇੱਥੇ ਬਿੰਬ ਸਿਰਜਿਆ ਹੈ ਕਵੀ ਜੀ ਨੇ। ਕਹਿੰਦੇ ਕੋਈ ਕਿਰਪਨ ਹੋਏ ਨਾ, ਕਿਰਪਨ ਕਹਿੰਦੇ ਗਰੀਬ ਨੂੰ, ਕਿਸੇ ਗਰੀਬ ਨੂੰ ਕੋਈ ਦੌਲਤ ਮਿਲ ਜੇ, ਪੈਸਾ ਮਿਲ ਜੇ ਕਿਸੇ ਰੂਪ ਦੇ ਵਿੱਚ, ਤੇ ਉਹਦੇ ਕੋਲੋਂ ਤੁਸੀਂ ਪੈਸਾ ਦੇ ਕੇ ਤੈਨੂੰ ਕੋ ਲਿਆ ਹੁਣ ਮੈਨੂੰ ਦੇ ਦੇ, ਉਹਦਾ ਦੇਣ ਨੂੰ ਜੀ ਨਹੀਂ ਕਰਦਾ। ਉਹ ਕਹਿੰਦਾ ਮਸਾਂ ਦੇ ਪੈਸਾ ਦੇਖਿਆ, ਐਵੇਂ ਕਿਵੇਂ ਦੇ ਦਿਆਂ। ਐਗਜ਼ੈਕਟਲੀ ਜਗਤ ਮਾਤਾ ਤ੍ਰਿਪਤਾ ਦੀ ਕੰਡੀਸ਼ਨ ਬਿਆਨ ਕੀਤੀ ਗਈ। ਕਹਿਣ ਲੱਗੇ ਸੱਚ ਇਹ ਹੋਇਆ ਕਿ ਜਦੋਂ ਕਿਹਾ ਨਾ ਜਾਚਿਓ ਬਾਲਕ ਜਨਨ, ਜਨਨ ਜਨਨੀ ਨੂੰ ਕਹਿੰਦੇ, ਜਨਨ ਹਾਰੀ ਮਾਂ ਤ੍ਰਿਪਤਾ, ਕਿਆ ਜਾਚਿਓ ਬਾਲਕ ਜਨਨ ਨਾ ਦੇਈ। ਜਦੋਂ ਦਾਈ ਨੇ ਕਿਹਾ ਬ੍ਰਾਹਮਣ ਨੇ ਬਾਹਰ ਬੱਚੇ ਨੂੰ ਦੇਖਣਾ, ਲਿਆ ਮੈਨੂੰ ਫੜਾ, ਤੇ ਮਾਂ ਤ੍ਰਿਪਤਾ ਉਸ ਬਾਲਕ ਨੂੰ ਦੇਣ ਨੂੰ ਨਾ ਕਰ ਦਿੰਦੀ। ਕਹਿੰਦੀ ਨਾ, ਮੇਰਾ ਚਿੱਤ ਨਹੀਂ ਕਰਦਾ। ਜਿਵੇਂ ਕੋਈ ਧਨ, ਗਰੀਬ ਧਨ ਨੂੰ ਪਕੜ ਲੈਂਦਾ, ਉਸ ਬਾਲਕ ਨੂੰ ਇਸ ਸਨੇਹ ਦੇ ਨਾਲ ਮਾਂ ਨੇ ਆਪਣੇ ਕੋਲ ਰੱਖਣ ਦੀ ਕੋਸ਼ਿਸ਼ ਕੀਤੀ, ਦੇਣ ਤੋਂ ਇਨਕਾਰੀ ਹੋਏ ਜੀ। ਕਹੇ ਸਰਦ ਰੁੱਤ ਸਰਦੀ ਲਾਗੇ ਮਿਰਦਲ ਬਾਲ ਬਾਹਰ ਕਸ ਮੰਗੇ। ਕਿਆ ਆਖਰਕਾਰ ਕਿਉਂ ਬਾਲਕ ਨੂੰ ਬਾਹਰ ਮੰਗਾਇਆ ਜਾ ਰਿਹਾ ਹੈ? ਸਰਦੀ ਦੀ ਰੁੱਤ ਆ, ਠੰਡ ਨਾ ਲੱਗ ਜੇਗੀ? ਨਾ, ਬਾਲਕ ਨੂੰ ਇਸ ਰੂਪ ਦੇ ਵਿੱਚ ਬਾਹਰੋਂ ਠੰਡ ਨਾ ਲੱਗੇ, ਇਸ ਕਰਕੇ ਮਾਂ ਬਾਲਕ ਨੂੰ ਬਾਹਰ ਲਿਜਾਣ ਤੋਂ ਇਨਕਾਰੀ ਹੈ ਜੀ। ਬਾਹਰ ਵਿਦੁਖੇ ਬਾਰੰਬਾਰਾ ਜਾਚਿਓ ਦਿਓ ਤਾਤ ਅਤ ਪਿਆਰਾ। ਫਿਰ ਪੰਡਤ ਦੇ ਬਾਰ-ਬਾਰ ਕਹਿਣ ਦੇ ਉੱਤੇ, ਵਾਰ-ਵਾਰ ਮੰਗਣ ਦੇ ਉੱਤੇ, ਪਰਿਵਾਰ ਵੱਲੋਂ ਇਨਸਿਸਟ ਕਰਨ ਦੇ ਉੱਤੇ, ਕਹਿੰਦੇ ਨੇ ਫਿਰ ਦੁਬਾਰਾ ਅਖੀਰ ਉਸ ਪਿਆਰੇ ਪੁੱਤਰ ਨੂੰ ਮਾਂ ਨੇ ਦੌਲਤਾਂ ਨੂੰ ਕਿਹਾ, ਤੂੰ ਲੈ ਜਾ। ਕਿਆ ਜਾਚਿਓ ਬਾਲਕ ਜਨਨ ਨ ਦੇਈ, ਕਿਆ ਬਹੁਰ ਵਿਦੂਖਨ ਬਾਰੰਬਾਰਾ ਜਾਚਿਓ ਦਿਓ ਤਾਤ ਅਤ ਪਿਆਰਾ। ਫਿਰ ਜਾ ਕੇ ਇਸ ਯਾਚਨਾ ਨੂੰ ਮੰਨਦਿਆਂ ਹੋਇਆਂ ਉਸ ਪਿਆਰੇ ਬਾਲਕ ਨੂੰ ਦਾਈ ਦੌਲਤਾਂ ਨੂੰ ਪਕੜਾਇਆ, ਤੇ ਦਾਈ ਦੌਲਤਾਂ ਉਸ ਨੂਰਾਨੀ ਹਸਤੀ ਨੂੰ, ਜੋ ਨਿਰੰਕਾਰ ਦਾ ਆਪਣਾ ਪੂਰਾ ਦਾ ਪੂਰਾ ਕਹਿ ਲਓ ਕਿ ਉਹਦੀ ਪੂਰੀ ਜਵਾਲਾ ਲੈ ਕੇ, ਪੂਰਾ ਨੂਰ ਲੈ ਕੇ ਧਰਤੀ ਤੇ ਆਮਦ ਲੈ ਰਿਹਾ ਹੈ, ਉਸ ਨੂੰ ਪਾਂਧੇ ਦਿੱਜ ਹਰਦਿਆਲ ਦੇ ਕੋਲ ਲੈ ਕੇ ਆਉਂਦੀ ਹੈ। ਉਸ ਤੋਂ ਬਾਅਦ ਪਾਂਧਾ ਹਰਦਿਆਲ ਉਸ ਬਾਲਕ ਨੂੰ ਤੱਕ ਕੇ ਕੀ ਬਚਨ ਕਹਿੰਦਾ ਹੈ, ਪਰਿਵਾਰ ਦੇ ਵਿੱਚ ਕੀ ਚਰਚਾ ਹੁੰਦੀ ਏ, ਇਸ ਸਾਰੇ ਦਾ ਵੇਰਵਾ ਅਸੀਂ ਆਉਂਦੇ ਕੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਅੱਜ ਵਾਸਤੇ ਸਮੇਂ ਨੇ ਆਪਣਾ ਸਫ਼ਰ ਮੁਕਾ ਦਿੱਤਾ ਹੈ। ਅੱਜ ਦੀ ਸਾਖੀ ਆਪਾਂ ਇੱਥੇ ਹੀ ਇਸ ਨੂੰ ਜਿਹੜਾ ਵਿਰਾਮ ਕਰਦੇ ਹਾਂ। ਨਿਤਨੇਮ ਦਾ ਸਮਾਂ ਹੋ ਗਿਆ, ਭਾਈ ਸਾਹਿਬ ਆ ਗਏ ਨੇ। ਅਗਲਾ ਦੀਵਾਨ ਤੁਹਾਡੇ ਨਾਲ ਉਹ ਸ਼ੇਅਰ ਕਰਨਗੇ। ਆਓ ਇਹਨਾਂ ਦੋ ਪੰਕਤੀਆਂ ਨੂੰ ਭਾਈ ਸਾਹਿਬ ਇੱਕ ਵਾਰੀ ਦੁਹਰਾ ਦਿੰਦੇ ਨੇ, ਉਪਰੰਤ ਅਸੀਂ ਸਾਰੇ ਰਲ ਕੇ ਫਤਿਹ ਦੀ ਸਾਂਝ ਪਾਵਾਂਗੇ ਜੀ। ਕਹੇ ਸਰਦ ਰੁੱਤ ਸਰਦੀ ਲਾਗੇ ਮਿਰਦੁਲ ਬਾਲ ਬਾਹਰ ਕਸ ਮੰਗੇ। ਬਹੁਰ ਬਿਦੁਖੇ ਬਾਰੰਬਾਰਾ ਜਾਚੋ ਦਿਓ ਤਾਤ ਅਤ ਪਿਆਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਹੋਈ ਹੈ। ਸੰਧਿਆ ਵੇਲੇ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰਨ ਦਾ